ਸੋ ਅਸੀਂ 32ਵੇਂ ਭਾਵ ਦੇ ਵਿੱਚ मूसा नूं तरला करदा देखिया। सो ਅਸੀਂ ਇੱਕ ਵਾਰੀ ਦੁਬਾਰਾ ਪੜਾਂਗੇ 1 ਤੋਂ ਲੈ ਕੇ 14 आयत तक। जी सुनिए। मैं पढ़दे पास्टर जी 125 पेज क्रूस ਦਾ 32 ਚੈਪਟਰ ਸੋਨੇ ਦਾ ਬੱਚਾ। ਜਦੋਂ ਲੋਕਾਂ ਨੇ ਦੇਖਿਆ ਕਿ ਮੂਸਾ ਨੂੰ ਪਹਾੜ ਤੇ ਗਿਆ ਕਾਫੀ ਸਮਾਂ ਹੋ ਗਿਆ ਹੈ ਅਤੇ ਉਹ ਵਾਪਸ ਨਹੀਂ ਆ ਰਿਹਾ ਹੈ ਤਾਂ ਉਹਨਾਂ ਹਾਰੂਨ ਨੂੰ ਕਿਹਾ, ਅਸੀਂ ਨਹੀਂ ਜਾਣਦੇ ਮੂਸਾ ਨੂੰ ਕੀ ਹੋ ਗਿਆ ਹੈ ਜਿਸ ਨੇ ਸੱਤਰ ਤੋਂ ਕੱਢ ਕੇ ਲਿਆਂਦਾ ਹੈ। ਇਸ ਲਈ ਤੂੰ ਸਾਡੇ ਲਈ ਕੋਈ ਦੇਵਤਾ ਬਣਾ ਜੋ ਸਾਡੀ ਅਗਵਾਈ ਕਰੇ। ਹਾਰੂਨ ਨੇ ਉਹਨਾਂ ਨੂੰ ਕਿਹਾ, ਤੁਸੀਂ ਆਪਣੀਆਂ ਪਤਨੀਆਂ ਅਤੇ ਪੁੱਤਰ ਧੀਆਂ ਦੇ ਸੋਨੇ ਦੇ ਗਹਿਣੇ ਲਾ ਕੇ ਮੇਰੇ ਕੋਲ ਲੈ ਆਵੋ। ਸਭ ਲੋਕਾਂ ਨੇ ਇਸ ਤਰ੍ਹਾਂ ਕੀਤਾ ਅਤੇ ਆਪਣੇ ਸਭ ਸੋਨੇ ਦੇ ਗਹਿਣੇ ਹਾਰੂਨ ਦੇ ਕੋਲ ਲੈ ਆਏ। ਤਦ ਹਾਰੂਨ ਨੇ ਸਭ ਸੋਨੇ ਦੇ ਗਹਿਣਿਆਂ ਨੂੰ ਢਾਲ ਕੇ ਉਸ ਦਾ ਇੱਕ ਬੱਚਾ ਬਣਾ ਦਿੱਤਾ। ਲੋਕਾਂ ਨੇ ਉਸ ਬੱਚੇ ਨੂੰ ਦੇਖ ਕੇ ਕਿਹਾ, ਇਜ਼ਰਾਈਲ ਦੇ ਲੋਕੋ, ਇਹ ਸਾਡਾ ਦੇਵਤਾ ਹੈ ਜੋ ਤੁਹਾਨੂੰ ਮਿਸਰ ਤੋਂ ਛੁਡਾ ਕੇ ਲਿਆਇਆ ਹੈ। ਹਾਰੂਨ ਨੇ ਇਹ ਦੇਖ ਕੇ ਉੱਥੇ ਦੇ ਸਾਹਮਣੇ ਇੱਕ ਵੇਦੀ ਬਣਾਈ। ਤਦ ਉਸਨੇ ਲੋਕਾਂ ਨੂੰ ਕਿਹਾ, ਕੱਲ ਪ੍ਰਭੂ ਦਾ ਤਿਉਹਾਰ ਮਨਾਇਆ ਜਾਵੇਗਾ। ਸੋ ਅਗਲੀ ਸਵੇਰੇ ਉਹਨਾਂ ਸਭ ਨੇ ਹੋਮ ਦੀਆਂ ਭੇਟਾਂ ਸੁੱਖ ਸਾਂਦ ਦੀਆਂ ਭੇਟਾਂ ਚੜਾਈਆਂ। ਉਹਨਾਂ ਸਭ ਨੇ ਮਿਲ ਕੇ ਖੂਬ ਖਾਧਾ ਪੀਤਾ ਅਤੇ ਇੱਕ ਦੂਜੇ ਨਾਲ ਖੂਬ ਛੇੜਛਾੜ ਕੀਤੀ। ਤਦ ਪ੍ਰਭੂ ਨੇ ਮੂਸਾ ਨੂੰ ਕਿਹਾ, ਤੂੰ ਵਾਪਸ ਹੇਠ ਜਾ, ਤੇਰੇ ਲੋਕ ਜਿਨ੍ਹਾਂ ਨੂੰ ਤੂੰ ਮਿਸਰ ਤੋਂ ਬਾਹਰ ਕੱਢ ਕੇ ਲਿਆਇਆ ਹੈ ਭ੍ਰਸ਼ਟ ਹੋ ਚੁੱਕੇ ਹਨ। ਉਹ ਮੇਰੇ ਦੱਸੇ ਰਾਹ ਤੋਂ ਛੇਤੀ ਹੀ ਭਟਕ ਗਏ ਹਨ। ਉਹਨਾਂ ਨੇ ਇੱਕ ਸੋਨੇ ਦਾ ਢਾਲਿਆ ਬੱਚਾ ਬਣਾ ਲਿਆ ਹੈ ਜਿਸ ਦੀ ਉਹਨਾਂ ਉਪਾਸਨਾ ਕੀਤੀ ਅਤੇ ਉਸ ਅੱਗੇ ਬਲੀਆਂ ਵੀ ਚੜਾਈਆਂ ਹਨ। ਉਹ ਕਹਿ ਰਹੇ ਹਨ, ਇਸਰਾਏਲ ਦੇ ਲੋਕੋ, ਇਹ ਤੁਹਾਡਾ ਦੇਵਤਾ ਹੈ ਜੋ ਤੁਹਾਨੂੰ ਮਿਸਰ ਤੋਂ ਛੁਡਾ ਕੇ ਲਿਆਇਆ ਹੈ। ਮੈਂ ਇਹਨਾਂ ਲੋਕਾਂ ਨੂੰ ਦੇਖ ਲਿਆ ਹੈ, ਇਹ ਬਹੁਤ ਹਠੀ ਹਨ। ਇਸ ਲਈ ਤੂੰ ਹੁਣ ਮੈਨੂੰ ਨਾ ਰੋਕਣਾ। ਮੈਂ ਇਹਨਾਂ ਨੂੰ ਭਸਮ ਕਰ ਦੇਵਾਂਗਾ, ਪਰ ਤੇਰੇ ਅਤੇ ਤੇਰੀ ਸੰਤਾਨ ਤੋਂ ਇੱਕ ਵੱਡੀ ਕੌਮ ਪੈਦਾ ਕਰਾਂਗਾ। ਪਰ ਮੂਸਾ ਨੇ ਪ੍ਰਭੂ ਆਪਣੇ ਪਰਮੇਸ਼ਰ ਅੱਗੇ ਤਰਲਾ ਕਰਦੇ ਹੋਏ ਇਹ ਬੇਨਤੀ ਕੀਤੀ, ਹੇ ਪ੍ਰਭੂ, ਤੇਰਾ ਕ੍ਰੋਧ ਇਹਨਾਂ ਲੋਕਾਂ ਤੇ ਨਾ ਭੜਕੇ। ਤੂੰ ਹੀ ਤਾਂ ਇਹਨਾਂ ਨੂੰ ਆਪਣੀ ਵੱਡੀ ਸ਼ਕਤੀ ਨਾਲ ਮਿਸਰ ਤੋਂ ਬਾਹਰ ਕੱਢ ਕੇ ਲਿਆਇਆ ਹੈ। ਕਿਤੇ ਮਿਸਰੀ ਲੋਕ ਇਹ ਨਾ ਕਹਿਣ ਕਿ ਤੂੰ ਬੁਰੇ ਵਿਚਾਰ ਨਾਲ ਹੀ ਇਹਨਾਂ ਨੂੰ ਬਾਹਰ ਲਿਆਇਆ ਸਾਂ ਤਾਂ ਕਿ ਤੂੰ ਇਹਨਾਂ ਨੂੰ ਪਹਾੜ ਉੱਤੇ ਨਾਸ਼ ਕਰੇ ਅਤੇ ਧਰਤੀ ਤੋਂ ਇਹਨਾਂ ਦਾ ਨਾਂ ਤੇ ਖਤਮ ਕਰ ਦੇਵੇਂ। ਇਸ ਲਈ ਤੂੰ ਆਪਣੇ ਕ੍ਰੋਧ ਨੂੰ ਆਪਣੇ ਲੋਕਾਂ ਤੇ ਆਉਣ ਤੋਂ ਰੋਕ ਅਤੇ ਆਪਣੇ ਫੈਸਲੇ ਨੂੰ ਬਦਲ ਦੇ। ਤੂੰ ਆਪਣੇ ਦਾਸਾਂ ਅਬਰਾਹਮ, ਇਸਹਾਕ ਅਤੇ ਯਾਕੂਬ ਨੂੰ ਯਾਦ ਕਰ। ਤੂੰ ਉਹਨਾਂ ਨੂੰ ਦਿੱਤੀ ਪ੍ਰਤਿਗਿਆ ਨੂੰ ਯਾਦ ਕਰ। ਮੈਂ ਤੁਹਾਡੀ ਸੰਤਾਨ ਨੂੰ ਗਿਣਤੀ ਵਿੱਚ ਆਕਾਸ਼ ਦੇ ਤਾਰਿਆਂ ਵਾਂਗ ਵਧਾਵਾਂਗਾ। ਮੈਂ ਇਹ ਧਰਤੀ ਤੁਹਾਡੀ ਸੰਤਾਨ ਨੂੰ ਦੇਵਾਂਗਾ ਕਿ ਇਹ ਉਹਨਾਂ ਦੀ ਹਮੇਸ਼ਾ ਦੇ ਲਈ ਮਲਕੀਅਤ ਹੋਵੇ। ਤਦ ਪ੍ਰਭੂ ਨੇ ਆਪਣੇ ਬੁਰੇ ਫੈਸਲੇ ਨੂੰ ਬਦਲ ਦਿੱਤਾ ਜੋ ਉਹ ਆਪਣੇ ਲੋਕਾਂ ਤੇ ਦੇਣ ਵਾਲਾ ਸੀ। ਆਮੀਨ। ਸੋ ਜਿਸ ਵੇਲੇ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਇੱਥੇ ਤੱਕ ਪਹੁੰਚੇ ਸੀ ਤਾਂ ਅਸੀਂ ਦੋ ਚੀਜ਼ਾਂ ਦੇਖੀਆਂ ਸੀ ਕਿ ਸਭ ਤੋਂ ਪਹਿਲਾਂ ਇਹ ਸਭ ਤੋਂ ਜਿਹੜੀ ਵੱਡੀ ਇੱਥੇ ਪ੍ਰੀਖਿਆ ਸੀਗੀ ਉਹ ਮੂਸਾ ਦੀ ਸੀ। ਕੀ ਮੂਸਾ ਦੇ ਦਿਮਾਗ ਦੇ ਉੱਤੇ ਚੀਜ਼ ਚੜ ਗਈ ਕਿ ਮੈਂ ਕੁਛ ਹੈਗਾ, ਮੈਂ ਉਹ ਬੰਦਾ ਜਿਹੜਾ ਪ੍ਰਭੂ ਦੇ ਨਾਲ ਮੂੰਹ ਤੋਂ ਮੂੰਹ ਗੱਲ ਕਰਦਾ, ਵੀ ਮੈਂ ਕੋਈ ਸਪੈਸ਼ਲ ਬਣ ਗਿਆ। ਦੂਸਰਾ, ਜਿਸ ਲਈ ਪ੍ਰਭੂ ਨੇ ਉਸਨੂੰ ਕਿਹਾ ਕਿ ਇਹ ਜਿਹੜੇ ਲੋਕ ਜਿਨ੍ਹਾਂ ਨੂੰ ਤੂੰ ਮਿਸਰ ਦੇ ਵਿੱਚੋਂ ਬਾਹਰ ਕੱਢ ਕੇ ਲੈ ਕੇ ਆਇਆ, ਪ੍ਰਭੂ ਨੇ ਉਸਨੂੰ ਉਹ ਮਾਣ ਦੇਣ ਦੀ ਵੀ ਕੋਸ਼ਿਸ਼ ਕੀਤੀ ਜਿਨ੍ਹਾਂ ਨੂੰ ਤੂੰ ਮਿਸਰ ਤੋਂ ਬਾਹਰ ਕੱਢ ਕੇ ਲੈ ਕੇ ਆਇਆ। ਲੇਕਿਨ ਮੂਸਾ ਦੀ ਨਮਰਤਾ ਅਸੀਂ ਇੱਥੇ ਦੇਖਦੇ ਪਏ ਹਾਂ। ਮੂਸਾ ਦੀ ਜਿਹੜੀ ਨਮਰਤਾ ਆ ਉਹ ਪ੍ਰਭੂ ਦੇ ਅੱਗੇ ਤਰਲਾ ਕਰਦਾ ਪਿਆ ਤੇ ਪ੍ਰਭੂ, ਇਹਨਾਂ ਨੂੰ ਤੂੰ ਆਪਣੀ ਤਾਕਤ ਦੇ ਨਾਲ ਕੱਢ ਕੇ ਲੈ ਕੇ ਆਇਆ, ਮੈਂ ਨਹੀਂ ਲੈ ਕੇ ਆਇਆ। ਔਰ ਮਿਸਰੀਆਂ ਦੇ ਵਿੱਚੋਂ ਇਹਨਾਂ ਨੂੰ ਤੇਰੀ ਤਾਕਤ ਤੋਂ ਬਗੈਰ ਹੋਰ ਕੋਈ ਕੱਢ ਨਹੀਂ ਸੀ ਸਕਦਾ। ਪਰ ਹੁਣ ਅਗਰ ਮਿਸਰੀਆਂ ਨੇ ਦੇਖ ਲਿਆ ਕਿ ਤੂੰ ਇਹਨਾਂ ਨੂੰ ਇੱਥੇ ਲਿਆ ਕੇ ਮਾਰ ਦਿੱਤਾ ਆ, ਤੇ ਫਿਰ ਅਬਰਾਹਮ ਦੇ ਨਾਲ ਕੀਤੇ ਵਾਅਦੇ ਦਾ, ਉਹਦੇ ਪੁੱਤਰ ਦੇ ਨਾਲ ਕੀਤੇ ਵਾਅਦੇ ਦਾ, ਗਾਂ ਉਸਦੇ ਪੁੱਤਰ ਅਬਰਾਹਮ, ਇਸਹਾਕ, ਯਾਕੂਬ ਦੇ 12 ਪੁੱਤਰ ਜਿਨ੍ਹਾਂ ਨੂੰ ਯਾਕੂਬ ਨੇ ਸਾਰਿਆਂ ਨੂੰ ਅਸੀਸ ਦਿੱਤੀ ਹੋਆ, ਉਸਦਾ ਕੀ ਬਣੇਗਾ? ਇਸ ਕਰਕੇ ਤੂੰ ਆਪਣੇ ਇਹਨਾਂ ਨੂੰ ਭਸਮ ਜਿਹੜਾ ਕਰਨਾ, ਤੂੰ ਉਹ ਤੋਂ ਆਪਣਾ ਮਨ ਬਦਲ। ਕੱਲ ਅਸੀਂ ਜ਼ਿਆਦਾ ਜ਼ੋਰ ਦਿੱਤਾ ਸੀ ਕਿ ਇਹ ਲੋਕ ਜਿੱਥੇ ਦੇ ਦੇਵੀ ਦੇਵਤੇ ਇਹਨਾਂ ਪੂਜਾ ਹੁੰਦੀ ਸੀਗੀ, ਸਾਰਾ ਕੁਛ ਹੁੰਦਾ ਸੀ, ਉਹ ਦੇਵੀ ਦੇਵਤਾ ਇਹਨਾਂ ਦੇ ਲਈ ਕੁਛ ਇੰਪੋਰਟੈਂਟ ਵੀ ਬਣ ਗਿਆ ਸੀ ਬਿਕਾਜ਼ ਉਹ ਤਿਉਹਾਰਾਂ ਤੇ ਦਿਨ ਹੀ ਹੁੰਦਾ ਸੀ ਜਦੋਂ ਇਹਨਾਂ ਨੂੰ ਛੁੱਟੀ ਮਿਲਦੀ ਸੀ। ਜਦੋਂ ਉਹ ਵੱਡੇ ਤਿਉਹਾਰ ਮਨਾਉਂਦੇ ਸੀ ਆਪਣੇ ਦੇਵਤਿਆਂ ਦੇ,
ਤਾਂ ਉਸ ਵੇਲੇ ਉਹ ਦਿਨ ਇਹਨਾਂ ਨੂੰ ਛੁੱਟੀ ਮਿਲਦੀ ਸੀ। ਸੋ ਇਹਨਾਂ ਦੇ ਮਨਾਂ ਦੇ ਵਿੱਚ ਉਹ ਦੇਵਤੇ ਬਸੇ ਹੋਗਾ, ਔਰ ਇਸ ਕਰਕੇ ਜਿਹੜਾ ਇਹਨਾਂ ਨੇ ਏਪਸ ਬੋਲਦਾ ਜਿਹੜਾ ਸੀਗਾ ਉਹਦੀ ਮੂਰਤੀ ਬਣਾਉਣੀ ਸ਼ੁਰੂ ਕੀਤੀ। ਔਰ ਏਪਸ ਬੋਲ ਦੀਆਂ ਜਿਹੜੀਆਂ ਮੂਰਤੀਆਂ ਆ ਉੱਥੇ ਬਹੁਤ ਜ਼ਿਆਦੀਆਂ ਮਿਲਦੀਆਂ, ਥੋੜੀਆਂ ਨਹੀਂ। ਜਿੱਦਾਂ ਕਿ ਉਹ ਜਿਸ ਪਹਾੜ ਤੇ ਇਹ ਗਏ ਆ ਉਹਨਾਂ ਦੀਆਂ ਚਟਾਨਾਂ ਦੇ ਉੱਤੇ ਏਪਸ ਬੋਲ ਦੀਆਂ ਜਿਹੜੀਆਂ ਮੂਰਤੀਆਂ ਆ ਉਹ ਬਹੁਤ ਇਹਨਾਂ ਨੇ ਕੜੀਆਂ, ਬਹੁਤ ਮੂਰਤੀਆਂ ਬਣਾਈਆਂ। ਔਰ ਉਸ ਤੋਂ ਬਾਅਦ ਜਿਹੜੀ ਇਹਨਾਂ ਨੇ ਸੁਪਰੀਮ ਡਿਇਟੀ ਉਹਨਾਂ ਦੇ ਉੱਤੇ ਬਣਾਈ ਆ ਉਹ ਇਹਨਾਂ ਨੇ ਸੋਨੇ ਦਾ ਬੱਚਾ ਬਣਾਇਆ। ਔਰ ਜਿਹੜਾ ਅਸੀਂ ਕੱਲ ਦੇਖਿਆ ਸੀ ਕਿ ਜਿਹੜਾ ਓਰੀਜਨਲ ਲੈਂਗੁਏਜ ਦੇ ਵਿੱਚ ਜਿਹੜਾ ਸ਼ਬਦ ਆਉਂਦਾ ਇਹ ਉਹ ਦੇਵਤੇ ਆ ਜਿਹੜੇ ਸਾਨੂੰ ਮਿਸਰ ਦੇ ਵਿੱਚੋਂ ਕੱਢ ਕੇ ਲੈ ਕੇ ਆਏ ਆ। ਠੀਕ। ਸੋ ਜਿਸਲੇ ਪ੍ਰਭੂ ਨੇ ਇਹ ਸਾਰੀਆਂ ਚੀਜ਼ਾਂ ਦੇਖੀਆਂ, ਉਸਨੇ ਮੂਸਾ ਨੂੰ ਇਹ ਚੀਜ਼ ਦਿੱਤੀ, ਇਹ ਚੀਜ਼ ਦੱਸੀ ਕਿ ਤੇਰੇ ਲੋਕ ਠੀਕ ਕਰਕੇ ਪਾਏ। ਹੁਣ ਪ੍ਰਭੂ ਨੇ ਮੂਸਾ ਨੂੰ ਨੇਮ ਦੇਣਾ, ਨੇਮ ਦੇ ਕੇ ਉੱਥੋਂ ਹੁਣ ਉਸਨੇ ਉਸਨੂੰ ਕੱਲਣਾ। ਸੋ ਆਓ 15 ਤੋਂ ਲੈ ਕੇ ਅਸੀਂ 24 ਤੱਕ ਪਹਿਲਾਂ ਦੇਖਦੇ ਹਾਂ। ਮੈਂ ਪੜ੍ਹਨਾ ਪਾਸਟਰ ਜੀ। ਮੂਸਾ ਸਾਖੀ ਦੀਆਂ ਦੋਹਾਂ ਪੱਟੀਆਂ ਨੂੰ ਲੈ ਕੇ ਪਹਾੜ ਤੋਂ ਥੱਲੇ ਗਿਆ। ਉਹਨਾਂ ਪੱਟੀਆਂ ਦੇ ਦੋਵੇਂ ਪਾਸੇ ਲਿਖਿਆ ਹੋਇਆ ਸੀ। ਉਹ ਪੱਟੀਆਂ ਪਰਮੇਸ਼ਵਰ ਨੇ ਆਪ ਤਿਆਰ ਕੀਤੀਆਂ ਸਨ ਅਤੇ ਉਸਨੇ ਆਪ ਉਹਨਾਂ ਦੇ ਦੋਵੇਂ ਪਾਸੇ ਲਿਖਿਆ ਸੀ। ਯਹੋਸ਼ਿਆ ਨੇ ਲੋਕਾਂ ਦੀਆਂ ਉੱਚੀਆਂ ਆਵਾਜ਼ਾਂ ਸੁਣੀਆਂ ਤਾਂ ਉਸਨੇ ਮੂਸਾ ਨੂੰ ਕਿਹਾ, ਡੇਰਿਆਂ ਵਿੱਚ ਲੜਾਈ ਦੀ ਆਵਾਜ਼ ਵਰਗਾ ਰੌਲਾ ਪੈ ਰਿਹਾ ਹੈ। ਮੂਸਾ ਨੇ ਉੱਤਰ ਦਿੱਤਾ, ਇਹ ਆਵਾਜ਼ ਨਾ ਤਾਂ ਜਿੱਤ ਦੀ ਅਤੇ ਨਾ ਹੀ ਹਾਰ ਦੀ ਆਵਾਜ਼ ਲੱਗਦੀ ਹੈ। ਤਦ ਮੂਸਾ ਨੇ ਹੇਠਾਂ ਪਹੁੰਚਦਿਆਂ ਹੀ ਵੱਛਾ ਦੇਖਿਆ ਅਤੇ ਲੋਕਾਂ ਨੂੰ ਉਸਦੇ ਚਾਰੇ ਪਾਸੇ ਨੱਚਦੇ ਦੇਖਿਆ। ਇਹ ਦੇਖ ਕੇ ਉਸਦਾ ਗੁੱਸਾ ਲੋਕਾਂ ਤੇ ਭੜਕ ਉੱਠਿਆ। ਉਸ ਆਪਣੇ ਹੱਥ ਵਿਚਲੀਆਂ ਦੋਵੇਂ ਪੱਟੀਆਂ ਪਹਾੜ ਤੇ ਹੇਠ ਸੁੱਟ ਕੇ ਤੋੜ ਦਿੱਤੀਆਂ। ਉਸਨੇ ਉਸ ਵੱਛੇ ਨੂੰ ਸਾੜ ਦਿੱਤਾ ਤੇ ਫਿਰ ਉਸਨੂੰ ਪੀਹ ਕੇ ਮਹੀਨ ਕਰਕੇ ਪਾਣੀ ਵਿੱਚ ਮਿਲਾ ਕੇ ਲੋਕਾਂ ਨੂੰ ਪਿਲਾ ਦਿੱਤਾ। ਉਸਨੇ ਹਾਰੂਨ ਨੂੰ ਕਿਹਾ, ਲੋਕਾਂ ਨੇ ਤੈਨੂੰ ਕੀ ਕੀਤਾ ਕਿ ਤੂੰ ਉਹਨਾਂ ਤੋਂ ਇਹ ਵੱਡਾ ਪਾਪ ਕਰਵਾਇਆ ਹੈ? ਹਾਰੂਨ ਨੇ ਮੂਸਾ ਨੂੰ ਕਿਹਾ, ਭਰਾ ਜੀ, ਮੇਰਾ ਕੋਈ ਅਪਰਾਧ ਨਹੀਂ। ਤੁਸੀਂ ਇਹਨਾਂ ਲੋਕਾਂ ਦੇ ਹੱਠੀਪਨ ਨੂੰ ਆਪ ਜਾਣਦੇ ਹੋ। ਇਹਨਾਂ ਨੇ ਹੀ ਮੈਨੂੰ ਕਿਹਾ, ਅਸੀਂ ਨਹੀਂ ਜਾਣਦੇ ਕਿ ਮੂਸਾ ਨੂੰ ਕੀ ਹੋ ਗਿਆ ਹੈ, ਜਿਸ ਨੇ ਸਾਨੂੰ ਮਿਸਰ ਤੋਂ ਕੱਢ ਕੇ ਬਾਹਰ ਲਿਆਂਦਾ ਹੈ। ਇਸ ਲਈ ਤੂੰ ਸਾਡੇ ਲਈ ਇੱਕ ਦੇਵਤਾ ਬਣਾ ਜੋ ਸਾਡੀ ਅਗਵਾਈ ਕਰੇ। ਤਦ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਆਪਣੇ ਸੋਨੇ ਦੇ ਸਭ ਗਹਿਣੇ ਮੇਰੇ ਕੋਲ ਲੈ ਆਵੋ, ਅਤੇ ਇਹ ਲੈ ਆਏ। ਮੈਂ ਉਹਨਾਂ ਸਭ ਨੂੰ ਅੱਗ ਵਿੱਚ ਸੁੱਟ ਦਿੱਤਾ ਅਤੇ ਉਸਦਾ ਇਹ ਵੱਛਾ ਬਣਾਇਆ। ਉਸਦਾ ਇਹ ਬੱਚਾ ਬਣਾਇਆ। ਸੋ ਦੇਖੋ ਕਿਸ ਤਰ੍ਹਾਂ ਹਾਰੂਨ ਆਪਣੀ ਜਾਨ ਬਚਾਉਂਦਾ ਪਿਆ, ਔਰ ਵਚਨ ਨੇ ਹਾਰੂਨ ਨੂੰ ਮਾਫ ਨਹੀਂ ਕੀਤਾ। ਇੱਥੇ ਹਾਰੂਨ ਨੇ ਜੋ ਕੀਤਾ ਉਹ ਸਾਨੂੰ ਦੱਸਿਆ ਗਿਆ ਆ ਕਿ ਹਾਰੂਨ ਨੇ ਏਦਾਂ ਨਹੀਂ ਕਿਹਾ। ਹਾਰੂਨ ਨੇ ਫੜ ਕੇ ਸੋਨਾ ਏਦਾਂ ਨਹੀਂ ਸੁੱਟ ਦਿੱਤਾ ਤੇ ਬੱਚਾ ਬਣ ਕੇ ਬਾਹਰ ਆ ਗਿਆ। ਹਾਰੂਨ ਨੇ ਬੱਚਾ ਬਣਾਇਆ ਹੈ, ਔਰ ਫਿਰ ਉਹਨਾਂ ਨੂੰ ਇਹ ਕਿਹਾ ਕਿ ਕੱਲ ਨੂੰ ਇਸ ਵੇਲੇ ਅਸੀਂ ਇਸ ਦੀ ਪ੍ਰਸਤਿਸ਼ ਕਰਾਂਗੇ। ਕੱਲ ਨੂੰ ਇੱਕ ਤਿਉਹਾਰ ਦੇ ਤੌਰ ਤੇ ਅਸੀਂ ਇਹ ਦਿਨ ਮਨਾਵਾਂਗੇ। ਔਰ ਮੂਸਾ ਜਾਣਦਾ ਆ ਕਿ ਲੋਕ ਹਠੀ ਆ, ਇਹ ਸਾਰੀਆਂ ਚੀਜ਼ਾਂ ਠੀਕ, ਲੇਕਿਨ ਉਸਨੇ ਆਪਣੇ ਭਰਾ ਨੇ ਉਹਨੂੰ ਸਫਾਈ ਦਿੱਤੀ ਆ, ਪਰ ਮੂਸਾ ਨੇ ਉਹਦੀ ਸਫਾਈ ਜਿਹੜੀ ਸਵੀਕਾਰ ਨਹੀਂ ਕੀਤੀ। ਸੋ ਇਹ ਪੱਟੀਆਂ ਜਿਹੜੀਆਂ ਸੀਗੀਆਂ ਇਹ ਪ੍ਰਭੂ ਨੇ ਦਿੱਤੀਆਂ ਸੀ। ਪ੍ਰਭੂ ਨੇ ਆਪ ਕੱਟੀਆਂ ਸੀ, ਆਪ ਉਹਨਾਂ ਦੇ ਦੋਨੇ ਪਾਸੇ ਲਿਖਿਆ ਸੀ ਤੇ ਆਪ ਮੂਸਾ ਨੂੰ ਉਸਨੇ ਦਿੱਤੀਆਂ ਸੀ ਕਿ ਇਹਨਾਂ ਨੂੰ ਲੈ ਜਾ। ਔਰ ਇਹ ਨੇਮ ਜਿਹੜਾ ਮੈਂ ਤੇਰਿਆਂ ਲੋਕਾਂ ਦੇ ਨਾਲ ਮੈਂ ਬਣੂੰਗਾ, ਮੈਂ ਉਹਨਾਂ ਦਾ ਪਰਮੇਸ਼ਵਰ ਹੋਊਂਗਾ। ਸੋ ਪ੍ਰਭੂ ਨੇ ਇਹ ਸਾਰੀਆਂ ਚੀਜ਼ਾਂ ਮੂਸਾ ਦੇ ਲਈ ਕੀਤੀਆਂ ਔਰ ਆਪਣੇ ਲੋਕਾਂ ਦੇ ਲਈ ਕੀਤੀਆਂ। ਔਰ ਲੋਕ ਹਾਲੇ ਵੀ ਪ੍ਰਭੂ ਦਾ ਦਿੱਤਾ ਮੰਨਾ ਹਰ ਰੋਜ਼ ਖਾ ਰਹੇ। ਉਹ ਚਟਾਨ 'ਚ ਜਿਹੜਾ ਪਾਣੀ ਨਿਕਲ ਰਿਹਾ ਉਹ ਹਰ ਰੋਜ਼ ਪੀ ਰਹੇ ਆ। ਹੈਰੋ ਪਹਾੜ ਤੇ ਮਾਊਂਟ ਸਾਇਨਾਈ ਇੱਕੋ ਹੀ ਚੀਜ਼ ਆ, ਦੋ ਨਾਮ। ਚੋਟੀ ਦਾ ਇੱਕ ਪਾਸੇ ਨੂੰ ਉਹ ਹੈਰੋ ਪਹਾੜ ਕਹਿ ਦਿੰਦੇ, ਚੋਟੀ ਦੇ ਦੂਜੇ ਪਾਸੇ ਨੂੰ ਮਾਊਂਟ ਸਾਇਨਾਈ ਕਹਿ ਦਿੰਦੇ ਆ। ਸੋ ਉੱਥੇ ਦੇ ਲੋਕਾਂ ਨੇ ਇਹ ਨਾਮ ਰੱਖੇ, ਲੋਕਲ ਨੇਮ ਆ। ਲੇਕਿਨ ਜਿਸ ਵੇਲੇ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਦੇਖਦੇ ਪਏ ਹਾਂ ਤੇ
उसने वो गहने विच सुट्टे ते बच्चा बन के बाहर आ गया। इदां नहीं हुई, उसने बच्चा बनाया। बच्चा बना के तां उसने फिर उसने अपने लोकां नूं कहा सीगा कि हुण कल नूं त्योहार मनावांगे। सो मूसा ने की कीता, उसने उस बच्चे नूं तड़वाया, उसनूं पीसिया गया और वो पानी च पा के लोकां नूं पिलाया गया, ताकि वो कौड़ेपन नूं जानन, पाप दे कौड़ेपन नूं जानन। सो ये जिसले सारियां चीजां हो गईयां ते हुण मूसा ने जिहड़ा अगे काम करना वो असीं देखण जा रहे हैं। उसने प्रभु दा जिहड़ा दिता होया वचन, तुसीं देखो कि प्रभु दा गुस्सा किस तरह दा होएगा। प्रभु दा गुस्सा अपने नेम नूं सुन के शांत हो गया। ठीक, प्रभु दा गुस्सा जिस वेले प्रभु दी उसने असीं नोहा दी दा फ्लड देखिया, जिसले नोहा दा फ्लड मुक गया, प्रभु ने सतरंगी पींग उत्थे पाई, उसने नेम बन्निया कि मैं मुड़ के लोकां नूं इस तरह नहीं मारांगा। सो अपने नेम की खातर उसने मुड़ के लोकां नूं उदां कदी नहीं मारिया। ठीक, सो दूसरा असीं ये देखते पे हां कि हुण जिहड़ा अब्राहम, इसहाक ते याकूब दे नाल जिहड़ा उसने नेम बन्निया, प्रभु अपने उस नेम नूं रखदा पिया और उसने इन्हां लोकां नूं माफ कीता है। लेकिन जिहड़ा इन्हां लोकां नूं ला देण वाला है, जिहदे थ्रू ला इन्हां लोकां नूं मिलदा पिया आ, ਉਹ मूसा दे अंदर देखो कितना गुस्सा। आप उन्होंने लिए माफी मांग के आया कि इन्हों माफ कर दे, लेकिन जिस वेले उसने ये सब कुछ हुंदा देखिया ते उसका अपना गुस्सा हुण असीं देखांगे। सो आओ 25 आयत तो लैके इस चैप्टर ਨੂੰ खत्म करांगे। ਜਦੋਂ ਮੂਸਾ ਨੇ ਸਾਰਾ ਹਾਲ ਜਾਣ ਲਿਆ ਅਤੇ ਇਹ ਵੀ ਕਿ ਹਾਰੂਨ ਨੇ ਲੋਕਾਂ ਨੂੰ ਢਿੱਲ ਦੇ ਕੇ ਉਹਨਾਂ ਨੂੰ ਉਹਨਾਂ ਦੇ ਵੈਰੀਆਂ ਸਾਹਮਣੇ ਸ਼ਰਮਿੰਦਿਆਂ ਕਰਵਾਇਆ ਹੈ, ਇਸ ਲਈ ਉਸਨੇ ਡੇਰਿਆਂ ਦੇ ਫਾਟਕ ਕੋਲ ਖੜੇ ਹੋ ਕੇ ਲੋਕਾਂ ਨੂੰ ਕਿਹਾ, ਤੁਹਾਡੇ ਵਿੱਚ ਜੋ ਕੋਈ ਪ੍ਰਭੂ ਦੇ ਵੱਲ ਹੈ ਇੱਥੇ ਮੇਰੇ ਕੋਲ ਆ ਕੇ ਖੜਾ ਹੋ ਜਾਵੇ। ਇਹ ਸੁਣ ਕੇ ਲੇਵੀ ਕਬੀਲੇ ਦੇ ਸਭ ਲੋਕ ਉਸ ਕੋਲ ਆ ਕੇ ਖੜੇ ਹੋ ਗਏ। ਤਦ ਮੂਸਾ ਨੇ ਉਹਨਾਂ ਨੂੰ ਕਿਹਾ, ਇਸਰਾਇਲ ਦੇ ਪ੍ਰਭੂ ਪਰਮੇਸ਼ਰ ਦਾ ਇਹ ਕਹਿਣਾ ਹੈ ਕਿ ਤੁਹਾਡੇ ਵਿੱਚੋਂ ਹਰ ਆਦਮੀ ਆਪਣੀ ਆਪਣੀ ਤਲਵਾਰ ਲੈ ਕੇ ਡੇਰਿਆਂ ਵਿੱਚ ਜਾਵੇ ਅਤੇ ਆਪਣੇ ਹਰ ਸਾਕ ਸੰਬੰਧੀਆਂ, ਭਰਾਵਾਂ, ਮਿੱਤਰਾਂ ਆਦਿ ਨੂੰ ਕਤਲ ਕਰੇ। ਲੇਵੀ ਦੇ ਕਬੀਲੇ ਦੇ ਆਦਮੀ ਨੇ ਮੂਸਾ ਦੇ ਕਹੇ ਅਨੁਸਾਰ ਕੀਤਾ ਅਤੇ ਉਸ ਦਿਨ ਕੋਈ 3000 ਲੋਕ ਮਾਰੇ ਗਏ। ਮੂਸਾ ਨੇ ਉਹਨਾਂ ਨੂੰ ਕਿਹਾ, ਅੱਜ ਤੁਸੀਂ ਆਪਣੇ ਆਪ ਨੂੰ ਪ੍ਰਭੂ ਦੀ ਸੇਵਾ ਲਈ ਆਪਣੇ ਸਕੇ ਸੰਬੰਧੀਆਂ, ਪੁੱਤਰਾਂ ਤੇ ਭਰਾਵਾਂ ਨੂੰ ਕਤਲ ਕਰਕੇ ਅਰਪਿਤ ਕੀਤਾ ਹੈ, ਇਸੇ ਲਈ ਪ੍ਰਭੂ ਨੇ ਵੀ ਤੁਹਾਨੂੰ ਅਸੀਸ ਦਿੱਤੀ। ਅਗਲੀ ਸਵੇਰੇ ਮੂਸਾ ਨੇ ਲੋਕਾਂ ਨੂੰ ਕਿਹਾ, ਤੁਸੀਂ ਇੱਕ ਵੱਡਾ ਪਾਪ ਕੀਤਾ ਹੈ। ਮੈਂ ਹੁਣ ਫਿਰ ਪ੍ਰਭੂ ਕੋਲ ਜਾਂਦਾ ਹਾਂ ਅਤੇ ਤੁਹਾਡੇ ਪਾਪ ਦੀ ਮਾਫੀ ਲਈ ਉਸ ਕੋਲ ਬੇਨਤੀ ਕਰਦਾ ਹਾਂ। ਇਸ ਲਈ ਮੂਸਾ ਪ੍ਰਭੂ ਕੋਲ ਵਾਪਸ ਚਲਾ ਗਿਆ ਤੇ ਬੋਲਿਆ, ਪ੍ਰਭੂ ਜੀ, ਇਹ ਬਹੁਤ ਬੁਰਾ ਹੋਇਆ ਹੈ ਕਿ ਇਹਨਾਂ ਲੋਕਾਂ ਨੇ ਤੇਰੇ ਵਿਰੁੱਧ ਇੱਕ ਵੱਡਾ ਪਾਪ ਕੀਤਾ ਹੈ। ਉਹਨਾਂ ਨੇ ਆਪਣੇ ਲਈ ਇੱਕ ਦੇਵਤਾ ਬਣਾਇਆ ਹੈ, ਪਰ ਤੂੰ ਹੁਣ ਉਹਨਾਂ ਨੂੰ ਮਾਫ ਕਰ ਦੇ। ਜੇਕਰ ਤੂੰ ਮਾਫ ਨਹੀਂ ਕਰਨਾ ਚਾਹੁੰਦਾ ਤਾਂ ਮੇਰਾ ਨਾਂ ਵੀ ਆਪਣੇ ਲੋਕਾਂ ਦੀ ਪੁਸਤਕ ਵਿੱਚੋਂ ਕੱਟ ਦੇ। ਪ੍ਰਭੂ ਨੇ ਮੂਸਾ ਨੂੰ ਉੱਤਰ ਦਿੱਤਾ, ਨਹੀਂ, ਮੈਂ ਉਸੇ ਦਾ ਨਾਂ ਕੱਟਾਂਗਾ ਜਿਸ ਨੇ ਮੇਰੇ ਵਿਰੁੱਧ ਪਾਪ ਕੀਤਾ ਹੈ, ਪਰ ਤੂੰ ਜਾ ਕੇ ਇਹਨਾਂ ਲੋਕਾਂ ਨੂੰ ਉਸ ਥਾਂ ਤੇ ਲੈ ਜਾ ਜਿਸ ਬਾਰੇ ਮੈਂ ਤੈਨੂੰ ਦੱਸਿਆ ਹੈ। ਮੇਰਾ ਸਵਰਗ ਦੂਤ ਤੇਰੇ ਅੱਗੇ ਅੱਗੇ ਜਾਵੇਗਾ, ਪਰ ਮੈਂ ਕੁਝ ਹੀ ਦਿਨਾਂ ਪਿੱਛੋਂ ਇਹਨਾਂ ਨੂੰ ਇਹਨਾਂ ਦੇ ਪਾਪ ਦਾ ਬਦਲਾ ਦੇਵਾਂਗਾ। ਸੋ ਪ੍ਰਭੂ ਨੇ ਲੋਕਾਂ ਦੇ ਵਿੱਚ ਇੱਕ ਮਰੀ ਘੱਲੀ, ਕਿਉਂਕਿ ਉਹਨਾਂ ਹਾਰੂਨ ਤੋਂ ਬੱਚਾ ਬਣਵਾਇਆ ਸੀ। ਆਮੀਨ। ਹਾਰੂਨ ਤੋਂ ਬੱਚਾ ਬਣਵਾਇਆ ਸੀ। ਸੋ ਜਿਹੜਾ ਅਸੀਂ ਕੱਲ ਮੂਵੀ ਦੇ ਵਿੱਚ ਦੇਖਿਆ ਸੀ ਤਾਂ ਉਸ ਦੇ ਵਿੱਚ ਇੱਕੋ ਚੀਜ਼ ਦਿਖਾਈ ਗਈ ਸੀਗੀ ਕਿ ਕਿਸ ਤਰ੍ਹਾਂ ਮੂਸਾ ਨੇ ਕਿਹਾ ਕਿ ਜਿਹੜੇ ਪ੍ਰਭੂ ਦੇ ਵੱਲ ਆ ਉਹ ਮੇਰੇ ਨਾਲ ਆ ਜਾਓ, ਜਿਹੜੇ ਇਸ ਬੱਚੇ ਦੀ ਪ੍ਰਸਤਿਸ਼ ਕਰਨੀ ਮੰਗਦੇ ਆ, ਇਹਨਾਂ ਰਸਤਿਆਂ ਤੇ ਚੱਲਣਾ ਮੰਗਦੇ ਆ, ਉਹ ਜਿਹੜਾ ਉੱਥੇ ਦੂਸਰਾ ਸੀਗਾ ਉਹਦੇ ਨਾਲ ਚਲੇ ਜਾਓ। ਲੇਕਿਨ ਨਹੀਂ, ਸਿਰਫ ਤੇ ਸਿਰਫ ਉਸ ਦਿਨ ਜਿਹੜੀ ਮਾਰ ਪਈ ਸੀਗੀ ਉਹ ਲੇਵੀ ਖਾਨਦਾਨ ਦੇ ਲੋਕਾਂ ਨੂੰ ਪਈ ਸੀ, ਕਿਉਂਕਿ ਲੇਵੀ ਖਾਨਦਾਨ ਪ੍ਰੋਹਿਤ ਹੋਣ ਦੇ ਲਈ ਚੁਣਿਆ ਗਿਆ ਸੀ। ਲੇਵੀ ਖਾਨਦਾਨ ਪ੍ਰੋਹਿਤ ਹੋਣ ਦੇ ਲਈ ਚੁਣਿਆ ਗਿਆ ਸੀ ਔਰ ਉਹਨਾਂ ਦੇ ਵਿੱਚੋਂ ਜਿਹੜੇ ਜਿਸਲੇ ਉਸਨੇ ਆਵਾਜ਼ ਦਿੱਤੀ ਕਿ ਤੁਹਾਡੇ ਵਿੱਚੋਂ ਜਿਹੜੇ ਲੇਵੀ ਆ ਕੇ ਮੇਰੇ ਨਾਲ ਖੜੇ ਹੋ ਜਾਣ
ਆਪਣੇ ਆਪਣੇ ਕਬੀਲੇ ਨੂੰ, ਤਾਂ ਜਿਹੜਾ ਦੇ ਮਨਾਂ ਦੇ ਵਿੱਚ ਇਹ ਸੀਗਾ ਕਿ ਨਹੀਂ ਅਸੀਂ ਨਹੀਂ ਤੇ ਇਹਦੇ ਨਾਲ ਜਾਣਾ, ਅਸੀਂ 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 ਵਾਪਸ ਜਾਣਾ ਜਾਂ ਅਸੀਂ ਅੱਗੇ ਨਹੀਂ ਜਾਣਾ, ਉਹ ਜਿਹੜੇ ਲੇਵੀ ਸੀਗੇ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਉਹ ਆਪਣੇ ਤੰਬੂਆਂ 'ਚ ਜਾ, ਇੱਥੇ ਅਸੀਂ 3000 ਤੋਂ ਜ਼ਿਆਦਾ ਲੇਵੀ ਜਿਨ੍ਹਾਂ ਨੂੰ ਪ੍ਰਭੂ ਨੇ 12 ਕਬੀਲਿਆਂ ਤੋਂ ਵੱਖਰੇ ਕਰਕੇ ਚੁਣ ਕੇ, ਉਹ ਪ੍ਰਭੂ ਦੇ ਸਾਰੇ ਚੁਣੇ ਹੋਏ ਲੋਕ ਸੀ, ਲੇਕਿਨ ਚੁਣਿਆਂ ਦੇ ਵਿੱਚੋਂ ਇਹ ਕਬੀਲਾ ਉਸਨੇ ਚੁਣਿਆ ਸੀ, ਸੈਟ ਅਪਾਰਟ, ਇੱਕ ਪਾਸੇ ਕੀਤਾ ਸੀ, ਤਾਂ ਕਿ ਇਹਨਾਂ ਦੇ ਰਾਹੀਂ ਪ੍ਰਭੂ ਬਰਕਤ ਦੇਵੇ, ਇਹਨਾਂ ਦੇ ਰਾਹੀਂ ਪ੍ਰਭੂ ਆਪਣਾ ਵਚਨ ਕਰੇ। ਸੋ ਇਸ ਕਰਕੇ ਲੇਵੀ ਕਬੀਲੇ ਨੂੰ ਸਾਫ਼ ਕਰਨਾ ਜ਼ਰੂਰੀ ਸੀ। ਇਸ ਕਰਕੇ ਮੂਸਾ ਨੇ ਲੇਵੀ ਕਬੀਲੇ ਨੂੰ ਇਹ ਸਜ਼ਾ ਦਵਾਈ, ਪਰ ਪ੍ਰਭੂ ਨੇ ਕਿਹਾ ਕਿ ਤੂੰ ਇਹਨਾਂ ਨੂੰ ਕੁਛ ਨਾ ਕਹੀਂ, ਹੁਣ ਇਹਨਾਂ ਨੂੰ ਸਜ਼ਾ ਮੈਂ ਦਊਂਗਾ, ਇਹਨਾਂ ਵਿੱਚੋਂ ਜਿਹਨਾਂ ਦੀਆਂ ਅੱਖਾਂ ਪਿੱਛੇ ਲੱਗੀਆਂ ਹੈ ਜ਼ਿਆਦੀਆਂ, ਉਹਨਾਂ ਨੂੰ ਮੈਂ ਆਪੇ ਸਾਂਭੂਗਾ। तो फिर प्रभु ने जिस तरह प्रभु ने क्या सका कि अगर तुसी मेरे नियमां दे उत्ते चलोगे, ਅਸੀਂ ਜਿਸਲੇ ਪ੍ਰਭੂ ਦੇ ਵਚਨ ਦੇ ਵਿੱਚ ਪੜ੍ਹਦੇ ਪਏ ਸੀ, ਅਗਰ ਤੁਸੀਂ ਮੇਰੇ ਨਿਯਮਾਂ ਤੇ ਚੱਲੋਗੇ ਤਾਂ ਤੁਹਾਡੇ ਉੱਤੇ ਕਦੀ ਕੋਈ ਮਰੀ ਨਹੀਂ ਆਵੇਗੀ। ਔਰ ਲੈਟ ਮੀ ਟੇਕ ਅ ਲੁੱਕ, ਥੋੜਾ ਜਿਹਾ ਮੈਨੂੰ ਪਿੱਛੇ ਜਾਣਾ ਪੈਣਾ। ਜਿਸਲੇ ਪ੍ਰਭੂ ਨੇ ਇਹਨਾਂ ਨੂੰ ਸਿੱਖਿਆਵਾਂ ਦਿੱਤੀਆਂ ਸੀ ਔਰ ਇਹ ਸਾਰੀਆਂ ਚੀਜ਼ਾਂ ਦੱਸੀਆਂ ਸੀ, ਤਾਂ ਉਸਨੇ ਇਹ ਕਿਹਾ ਸੀਗਾ ਕਿ ਮੈਂ, ਅਗਰ ਤੁਸੀਂ ਮੇਰੇ ਨੇਮ ਦੀ ਪਾਲਣਾ ਕਰੋਗੇ ਔਰ ਕਿਸੇ ਹੋਰ ਚੀਜ਼ ਦੀ ਉਪਾਸਨਾ ਨਹੀਂ ਕਰੋਗੇ, ਤਾਂ ਮੈਂ ਤੁਹਾਡੇ ਤੇ ਕਦੀ ਕੋਈ ਮਰੀ ਨਹੀਂ ਕਰੂੰਗਾ। ਸੋ ਅਸੀਂ ਵੀ ਵਿਲ ਸੇ ਟੁਮਾਰੋ, ਸੋ ਤੁਹਾਡੇ ਉੱਤੇ ਕਦੀ ਕੋਈ ਮਰੀ ਨਹੀਂ ਆਏਗੀ। ਲੇਕਿਨ 10 ਨਿਯਮ ਦੇਣ ਤੋਂ ਬਾਅਦ ਪ੍ਰਭੂ ਨੇ ਉਹਨਾਂ ਨੂੰ ਇਹ ਚੀਜ਼ ਕਹੀ ਸੀ, ਔਰ ਉਹਨਾਂ ਨੇ ਪਹਿਲੇ 3 ਨਿਯਮ ਜਿਹੜੇ ਸੀਗੇ ਉਹ ਤੋੜ ਦਿੱਤੇ। ਪਹਿਲੇ 3 ਨਿਯਮ ਦੇਖਣ ਵਾਲੀ ਚੀਜ਼ ਹੈ ਕਿ ਕਿੰਨੇ ਹਰਵਿੰਦਰ, ਵੈਲਕਮ ਬ੍ਰਦਰ ਜੀ, ਤੁਸੀਂ ਪਹਿਲੀ ਵਾਰੀ ਆਏ ਆ ਬ੍ਰਦਰ ਹਰਵਿੰਦਰ। ਉਹ ਨਹੀਂ ਜੀ, ਮੈਂ ਇੱਥੇ ਆਇਆ ਮੈਂ ਬਲਵਿੰਦਰ ਕੇ। ਉਹ ਅੱਛਾ ਬ੍ਰਦਰ ਜੀ, ਅੱਛਾ ਬਲੈਸ ਯੂ, ਬਲੈਸ ਯੂ। ਸੋ ਕਿੰਨੇ ਢੀਠ ਲੋਕ ਹੋਣਗੇ ਕਿ ਹਰ ਰੋਜ਼ ਸਵਰਗ ਤੋਂ ਮੰਨਾ ਵਰਦਾ ਪਿਆ ਉਹ ਖਾਂਦੇ ਪਏ, ਚਟਾਨ ਚੋਂ ਪਾਣੀ ਨਿਕਲਦਾ ਪਿਆ ਉਹ ਪੀਂਦੇ ਪਏ, ਪ੍ਰਭੂ ਦਾ ਦਿੱਤਾ ਖਾਂਦੇ ਆ, ਪ੍ਰਭੂ ਦਾ ਦਿੱਤਾ ਪੀਂਦੇ ਪਏ ਆ, ਉਹਦੀ ਰਾਖੀ ਦੇ ਵਿੱਚ ਰਹਿ ਰਹੇ ਆ। ਬੱਦਲ ਸਵੇਰ ਨੂੰ ਛਾਂ ਰੱਖਦਾ ਆ, ਰਾਤ ਨੂੰ ਜਿਹੜਾ ਅੱਗ ਦਾ ਖੰਭਾ ਉਹਨਾਂ ਦੇ ਨਾਲ। ਇਹ ਸਭ ਕੁਝ ਦੇਖਦਿਆਂ ਹੋਈਆਂ, ਇੰਨੇ ਮਿਰਾਕਲ ਦੇਖਦਿਆਂ ਹੋਈਆਂ, ਉਹਨਾਂ ਲੋਕਾਂ ਦੀ ਜਿਹੜੀ ਢੀਠਤਾ ਸੀ ਉਹਦੀ ਸਜ਼ਾ ਦਿੱਤੀ ਸੀ। ਜਿੰਨੀ ਜ਼ਿਆਦਾ ਬਰਕਤ ਮਿਲਦੀ ਆ, ਉਨੀ ਜ਼ਿਆਦਾ ਸਾਡੀ ਰਿਸਪੌਂਸਿਬਿਲਿਟੀ ਬਣ ਜਾਂਦੀ ਹੈ, ਉਨੀ ਜ਼ਿਆਦਾ ਰਿਸਪੌਂਸਿਬਿਲਿਟੀ ਬਣ ਜਾਂਦੀ ਹੈ। ਸੋ ਇਹ ਚੀਜ਼ਾਂ ਅਸੀਂ ਦੇਖਦੇ ਪਏ ਹਾਂ, ਔਰ ਇਹ ਚੀਜ਼ਾਂ ਅੱਗੇ ਜਾ ਕੇ ਹੋਰ ਹੋਣੀਆਂ, ਅੱਗੇ ਜਾ ਕੇ ਅਸੀਂ ਹੋਰ ਵੀ ਇਹਨਾਂ ਚੀਜ਼ਾਂ ਨੂੰ ਦੇਖਣਾ। ਪ੍ਰਭੂ ਨੇ ਆਪਣੀ ਕੌਮ ਨੂੰ ਕਲੈਂਸ ਕਰਨਾ ਹੈ, ਇਹਨਾਂ ਨੂੰ ਸਾਫ਼ ਸੁਥਰੇ ਕਰਕੇ, ਤਾਂ ਫਿਰ ਉਸਨੇ ਇਹਨਾਂ ਦੇ ਵਿੱਚੋਂ ਤਾਂ 2 ਜਾਣੇ ਜਾਣੇ, ਲੇਕਿਨ ਇਹਨਾਂ ਦੀਆਂ ਸੰਤਾਨਾਂ ਨੇ ਉੱਥੇ ਜਾਣਾ। ਸੋ ਆਓ ਅੱਗੇ ਦੇਖਦੇ ਹਾਂ ਪ੍ਰਭੂ ਦੇ ਵਚਨ ਦੇ ਵਿੱਚ ਕਿ ਅਸੀਂ ਪਹੁੰਚ ਚੁੱਕੇ ਹਾਂ 33ਵੇਂ ਪਾਠ ਦੇ ਉੱਤੇ। ਸੋ ਆਓ ਅਸੀਂ 33ਵਾਂ ਪਾਠ। ਸੋ ਪ੍ਰਭੂ ਨੇ ਹੁਣ ਇਹ ਚੀਜ਼ ਕਹੀ ਆ ਕਿ ਹੁਣ ਇਹਨਾਂ ਦੇ ਨਾਲ ਮੈਂ ਇੱਕ ਸਵਰਗਦੂਤ ਘੱਲੂੰਗਾ। Now there's a big difference. ਪਹਿਲਾਂ ਪ੍ਰਭੂ ਨੇ ਕਿਹਾ ਸੀ ਮੈਂ ਜਾਊਂਗਾ, ਹੁਣ ਉਸਨੇ ਕਿਹਾ ਕਿ ਮੈਂ ਇੱਕ ਸਵਰਗਦੂਤ ਘੱਲੂੰਗਾ ਔਰ ਉਹ ਇਹਨਾਂ ਨੂੰ ਉਸ ਧਰਤੀ ਤੱਕ ਲੈ ਜਾਏਗਾ। ਸੋ ਆਓ ਅਸੀਂ ਹੁਣ 33ਵਾਂ ਪਾਠ ਉਸ ਦੀ 1 ਤੋਂ ਲੈ ਕੇ 6 ਆਇਤ ਤੱਕ ਦੇਖੀਏ। ਪ੍ਰਭੂ ਦੀ ਸੀਨੇ ਤੋਂ ਅੱਗੇ ਜਾਣ ਲਈ ਆਗਿਆ।
ਤਦ ਪ੍ਰਭੂ ਨੇ ਮੂਸਾ ਨੂੰ ਕਿਹਾ, ਤੂੰ ਇਹਨਾਂ ਲੋਕਾਂ ਨੂੰ ਲੈ ਕੇ ਅੱਗੇ ਉਸ ਧਰਤੀ ਤੇ ਜਾ ਜਿਸ ਦੇ ਲਈ ਮੈਂ ਅਬਰਾਹਮ, ਇਸਹਾਕ ਅਤੇ ਯਾਕੂਬ ਨਾਲ ਸਹੁੰ ਚੁੱਕੀ ਸੀ ਕਿ ਉਹ ਧਰਤੀ ਮੈਂ ਉਹਨਾਂ ਦੇ ਵੰਸ਼ ਨੂੰ ਦੇਵਾਂਗਾ। ਮੈਂ ਤੇਰੇ ਅੱਗੇ ਆਪਣਾ ਸਵਰਗਦੂਤ ਘੱਲ ਕੇ ਉਸ ਧਰਤੀ ਦੇ ਸਭ ਨਿਵਾਸੀਆਂ, ਕਨਾਨੀਆਂ, ਅਮੋਰੀਆਂ, ਹਿੱਤੀਆਂ, ਫਰੀਜੀਆਂ, ਹਿੱਬੀਆਂ ਅਤੇ ਯਬੂਸੀਆਂ ਨੂੰ ਉੱਥੋਂ ਕੱਢ ਦੇਵਾਂਗਾ। ਸੋ ਤੁਸੀਂ ਉਸ ਉਪਜਾਊ ਅਤੇ ਸੁੰਦਰ ਧਰਤੀ ਤੇ ਜਾਵੋ, ਪਰ ਮੈਂ ਤੁਹਾਡੇ ਨਾਲ ਨਹੀਂ ਚੱਲਾਂਗਾ, ਕਿਉਂਕਿ ਤੁਸੀਂ ਹਠੀ ਲੋਕ ਹੋ ਅਤੇ ਇਸ ਕਾਰਨ ਮੈਂ ਤੁਹਾਨੂੰ ਨਾਸ਼ ਕਰ ਸਕਦਾ ਹਾਂ। ਲੋਕ ਇਹ ਬੁਰਾ ਸੰਦੇਸ਼ ਸੁਣ ਕੇ ਸੋਗ ਨਾਲ ਭਰ ਗਏ ਅਤੇ ਤਦ ਪ੍ਰਭੂ ਨੇ ਮੂਸਾ ਨੂੰ ਕਿਹਾ, ਇਹਨਾਂ ਲੋਕਾਂ ਨੂੰ ਇਹ ਕਹਿ, ਤੁਸੀਂ ਹਠੀ ਲੋਕ ਹੋ, ਜੇਕਰ ਮੈਂ ਤੁਹਾਡੇ ਨਾਲ ਕੁਝ ਸਮੇਂ ਦੇ ਲਈ ਵੀ ਜਾਵਾਂਗਾ ਤਾਂ ਮੈਂ ਤੁਹਾਨੂੰ ਬਿਲਕੁਲ ਨਾਸ਼ ਕਰ ਦੇਵਾਂਗਾ। ਤੁਸੀਂ ਆਪਣੇ ਗਹਿਣੇ ਲਾ ਸੁੱਟੋ, ਮੈਂ ਦੇਖਾਂਗਾ ਕਿ ਇਹਨਾਂ ਦਾ ਕੀ ਕੀਤਾ ਜਾਵੇ। ਇਸ ਲਈ ਇਸਰਾਇਲ ਦੇ ਲੋਕਾਂ ਨੇ ਇਸ ਘਟਨਾ ਦੇ ਪਿੱਛੋਂ ਫਿਰ ਆਪਣੇ ਗਹਿਣੇ ਨਾ ਪਹਿਨੇ। ਆਮੀਨ। ਸੋ ਪ੍ਰਭੂ ਉਹਨਾਂ ਨੂੰ ਐਨ ਸਜਾ ਕੇ ਲੈ ਕੇ ਆਇਆ ਸੀ। ਸੋ ਇਸ ਪਾਪ ਤੋਂ ਬਾਅਦ ਪ੍ਰਭੂ ਨੇ ਇਹ ਕਿਹਾ ਕਿ ਤੁਸੀਂ ਹੁਣ ਗਹਿਣੇ ਨਹੀਂ ਪਾਓ, ਹੁਣ ਤੁਸੀਂ ਗਹਿਣੇ ਨਹੀਂ ਪਾ ਸਕਦੇ, ਤੁਸੀਂ ਤੁਹਾਨੂੰ ਆਪਣੇ ਹੁਣ ਗਹਿਣੇ ਇਹ ਇਸ ਨੂੰ ਲਾ ਕੇ ਤੇ ਇਹਨਾਂ ਨੂੰ ਹੁਣ ਤੁਸੀਂ ਰੱਖ ਲਓ, ਤਾਂ ਕਿ ਉਹ ਜਦੋਂ ਵੀ ਦੇਖਣ, ਆਪਣੇ ਸੁੰਨੇ ਹੱਥਾਂ ਨੂੰ ਦੇਖਣ, ਔਰ ਦੇਖਣ ਗਲ ਚ ਕੁਛ ਨਹੀਂ ਪਾਇਆ, ਕੰਨਾਂ ਚ ਕੁਛ ਨਹੀਂ ਪਾਇਆ, ਤਾਂ ਉਹਨਾਂ ਨੂੰ ਚੇਤੇ ਇਸ ਚੀਜ਼ ਤੇ ਚੇਤੇ ਰਹੇ ਕਿ ਅਸੀਂ ਕਿਉਂ ਨਹੀਂ ਗਹਿਣੇ ਪਾਉਂਦੇ, ਅਸੀਂ ਗਹਿਣੇ ਕਿਉਂ ਨਹੀਂ ਪਾਉਂਦੇ, ਕਿਉਂਕਿ ਅਸੀਂ ਪ੍ਰਭੂ ਦੀ ਦਿੱਤੀ ਹੋਈ ਬਰਕਤ ਦੇ ਨਾਲ ਪ੍ਰਭੂ ਦੀ ਹੀ ਨਿੰਦਾ ਕੀਤੀ ਸੀ, ਪ੍ਰਭੂ ਦੀ ਹੀ ਨਿੰਦਾ ਕੀਤੀ ਸੀ। ਸੋ ਪ੍ਰਭੂ ਨੇ ਉਸ ਨੂੰ ਕਿਹਾ ਕਿ ਹੁਣ ਮੈਂ ਇਹਨਾਂ ਦੇ ਨਾਲ ਨਹੀਂ ਜਾ ਸਕਦਾ, ਜੇ ਮੈਂ ਇਹਨਾਂ ਦੇ ਨਾਲ ਗਿਆ ਇਹਨਾਂ ਨੇ ਉਹ ਕੰਮ ਫੇਰ ਕਰਨੇ ਆ ਔਰ ਮੇਰਾ ਗੁੱਸਾ ਭੜਕ ਗਿਆ, ਇਸ ਤਰ੍ਹਾਂ ਇਹਨਾਂ ਦਾ ਅੰਤ ਹੋ ਸਕਦਾ, ਸੋ ਮੈਂ ਆਪਣਾ ਸਵਰਗਦੂਤ ਕਰ ਲੂੰਗਾ। ਸੋ ਪਰ ਪ੍ਰਭੂ ਨੇ ਉਸ ਤਰ੍ਹਾਂ ਆਪਣੀ ਹਜ਼ੂਰੀ ਵਾਲਾ ਉਹਨਾਂ ਨੂੰ ਇੱਕ ਤੰਬੂ ਦਿੱਤਾ। ਇਹ ਹਾਲੇ ਟੈਬਰਨੈਕਲ ਨਹੀਂ, ਇਹ ਤੰਬੂ ਸਧਾਰਨ ਤੰਬੂ ਆ, ਜਿਹਦੇ ਵਿੱਚ ਜਾ ਕੇ ਪ੍ਰਭੂ ਮੂਸਾ ਦੇ ਨਾਲ ਪ੍ਰਭੂ ਗੱਲ ਕਰਦਾ ਪਿਆ। ਸੋ ਮੂਸਾ ਉਹਨਾਂ ਦੇ ਨਾਲ ਨਾਲ ਜਾਂਦਾ ਆ। ਸੋ ਇਹ ਟੈਂਪਰੇਰੀ ਤੰਬੂ ਆ, ਜਿਹੜਾ ਇਹ ਟੈਬਰਨੈਕਲ ਨਹੀਂ ਹਾਲੇ ਬਣਿਆ, ਇਹ ਹਾਲੇ ਤੱਕ ਉਹ ਜਿਹੜਾ ਪ੍ਰਭੂ ਨੇ ਕਿਹਾ ਆ ਉਹ ਨਹੀਂ ਬਣਿਆ, ਇਹ ਟੈਂਪਰੇਰੀ ਚੀਜ਼ ਆ। ਸੋ ਜਦੋਂ ਵੀ ਉੱਥੇ ਉਹ ਜਾਂਦਾ, ਅੱਗੇ ਜਾਂਦੇ ਤੇ ਮੂਸਾ ਨੂੰ ਜਿਸਲੇ ਜ਼ਰੂਰਤ ਪ੍ਰਭੂ ਦੇ ਸਲਾਹ ਦੀ ਜ਼ਰੂਰਤ ਪੈਂਦੀ ਹੈ ਤਾਂ ਉਹ ਉਸ ਤੰਬੂ ਦੇ ਵਿੱਚ ਜਾਂਦਾ, ਇੰਸਟੈਡ ਕਿ ਉਹ ਮੁੜ ਕੇ ਫੇਰ ਪਹਾੜ ਤੇ ਜਾ। ਠੀਕ, ਸੋ ਉਹਨਾਂ ਦੀ ਜਿਹੜੀ ਯਾਤਰਾ, ਕਿਉਂਕਿ ਉਹ ਜਿਹੜੇ ਬੈਠੇ ਰਹਿਣਾ ਵੀ ਉੱਥੇ ਇੱਕ ਜਗ੍ਹਾ ਤੇ ਬੈਠੇ ਰਹਿਣਾ ਵੀ ਪਾਪ ਦੀ ਗੱਲ ਸੀ, ਸੋ ਪ੍ਰਭੂ ਨੇ ਉਹਨਾਂ ਨੂੰ ਫਿਰ ਉਸ ਤੋਂ ਬਾਅਦ ਚੱਲਦੇ ਰੱਖਿਆ। ਥੋੜੀ ਦੇਰ ਉਹ ਜਿੱਥੇ ਵੀ ਜਾਂਦੇ ਸੀ ਥੋੜੀ ਦੇਰ ਰਹਿੰਦੇ ਸੀ, ਲੇਕਿਨ ਫਿਰ ਪ੍ਰਭੂ ਉਹਨਾਂ ਨੂੰ ਤੋੜ ਦਿੰਦਾ ਸੀਗਾ, ਰਾਈਟ। ਸੋ ਲੇਕਿਨ ਉਹ ਨਾਲ ਨਾਲ ਹੌਲੀ ਹੌਲੀ ਵੱਧਦੇ ਵੀ ਪਏ ਸੀਗੇ, ਜਿੱਥੇ ਉਹਨਾਂ ਨੇ ਜਾਣਾ ਸੀਗਾ ਉਹਨਾਂ ਬਾਉਂਡਰੀਆਂ ਜਿਹੜੇ ਜਰਦਨ ਦਰਿਆ ਦੇ ਵੱਲ ਨੂੰ ਉਹ ਵੱਧਦੇ ਵੀ ਪਏ ਸੀਗੇ। ਸੋ ਪ੍ਰਭੂ ਨੇ ਇਹ ਕੰਮ ਉਹਨਾਂ ਨੂੰ ਸ਼ੁਰੂ ਕਰ ਦਿੱਤਾ ਤਾਂ ਕਿ ਉਹ ਮੁੜ ਕੇ ਉਹ ਪਾਪ ਨਾ ਕਰਨ। ਸੋ ਆਓ ਅਸੀਂ ਹੁਣ 7 ਲੈ ਕੇ 33 ਦੇ 7 ਆਇਤ ਤੋਂ ਲੈ ਕੇ ਇਸ ਨੂੰ ਅਸੀਂ 11 ਤੱਕ ਦੇਖਾਂਗੇ। ਮੈਂ ਪੜ੍ਹਦੀ ਹਾਂ। ਪ੍ਰਭੂ ਦੀ ਹਜ਼ੂਰੀ ਵਾਲਾ ਤੰਬੂ। ਜਦੋਂ ਲੋਕ ਕਿਸੇ ਥਾਂ ਤੇ ਵੀ ਡੇਰੇ ਲਾਉਂਦੇ ਤਾਂ ਮੂਸਾ ਪ੍ਰਭੂ ਦੇ ਤੰਬੂ ਨੂੰ ਲੋਕਾਂ ਦੇ ਤੰਬੂਆਂ ਤੋਂ ਕੁਝ ਹਟਮਾ ਕਰਕੇ ਲਾ ਦਿੰਦਾ ਸੀ। ਲੋਕਾਂ ਨੂੰ ਜਦੋਂ ਵੀ ਆਪਣੇ ਕਿਸੇ ਕੰਮ ਦੇ ਲਈ ਪ੍ਰਭੂ ਦੀ ਇੱਛਾ ਜਾਣਨ ਦੀ ਲੋੜ ਹੁੰਦੀ ਤਾਂ ਉਹ ਉੱਥੇ ਬਾਹਰ ਉਸ ਕੋਲ ਚਲੇ ਜਾਂਦੇ ਸਨ। ਫਿਰ ਜਦੋਂ ਮੂਸਾ ਬਾਹਰ ਉਸ ਤੰਬੂ ਵੱਲ ਜਾਂਦਾ ਤਾਂ ਲੋਕ ਆਪਣੇ ਤੰਬੂਆਂ ਵਿੱਚੋਂ ਬਾਹਰ ਨਿਕਲ ਕੇ ਖੜੇ ਹੋ ਜਾਂਦੇ ਸਨ ਅਤੇ ਉਸ ਦੇ ਅੰਦਰ ਜਾਣ ਤੱਕ ਇਸੇ ਹਾਲਤ ਵਿੱਚ ਰਹਿੰਦੇ ਸਨ। ਪਰ ਉਸ ਦੇ ਤੰਬੂ ਵਿੱਚ ਅੰਦਰ ਜਾਣ ਦੇ ਬੱਦਲ ਦਾ ਖੰਭਾ ਤੰਬੂ ਦੇ ਬੂਹੇ ਤੇ ਆ ਕੇ ਖੜਾ ਹੋ ਜਾਂਦਾ ਸੀ। ਤਦ ਪ੍ਰਭੂ ਮੂਸਾ ਨਾਲ ਉਸ ਬੱਦਲ ਦੇ ਖੰਭੇ ਵਿੱਚ ਦੀ ਹੋ ਕੇ ਗੱਲਾਂ ਕਰਦਾ ਸੀ। ਲੋਕ ਬੱਦਲ ਦੇ ਖੰਭੇ ਨੂੰ ਤੰਬੂ ਦੇ ਮੂੰਹ ਦੇ ਦੇਖਦਿਆਂ ਹੀ ਆਪਣੇ ਤੰਬੂ ਦੇ ਅੱਗੇ ਮੂੰਹ ਭਾਰ ਹੋ ਕੇ ਪ੍ਰਭੂ ਨੂੰ ਮੱਥਾ ਟੇਕਦੇ ਸਨ। ਇਸ ਤਰ੍ਹਾਂ ਪ੍ਰਭੂ ਮੂਸਾ ਨਾਲ ਬਿਲਕੁਲ ਆਮੋ ਸਾਹਮਣੇ ਹੋ ਕੇ ਗੱਲਾਂ ਕਰਦਾ ਸੀ, ਜਿਸ ਤਰ੍ਹਾਂ ਕੋਈ ਮਨੁੱਖ ਆਪਣੇ ਮਿੱਤਰ ਨਾਲ ਗੱਲਾਂ ਕਰਦਾ ਹੋਵੇ। ਇਸ ਦੇ ਪਿੱਛੇ ਮੂਸਾ ਡੇਰੇ ਵਿੱਚ ਵਾਪਸ ਆ ਜਾਂਦਾ ਸੀ, ਪਰ ਉਸ ਦਾ ਸੇਵਕ ਨੂਨ ਦਾ ਪੁੱਤਰ ਗੱਭਰੂ ਯੋਸ਼ੂਆ ਉੱਥੇ ਤੰਬੂ ਵਿੱਚ ਹੀ ਰਹਿੰਦਾ ਸੀ। ਸੋ ਪ੍ਰਭੂ ਨੇ ਆਲਰੇਡੀ ਨੈਕਸਟ ਬੰਦਾ ਚੁਣ ਲਿਆ।
मूसा ਨੂੰ ਰਿਪਲੇਸ ਕਰਨ ਦੇ ਲਈ ਪ੍ਰਭੂ ਨੇ ਬੰਦਾ ਚੁਣ ਲਿਆ ਔਰ ਉਹ ਹੈ ਯਹੋਸ਼ੂਆ। ਬਾय द वे ਪ੍ਰਭੂ ਯਿਸੂ ਮਸੀਹ ਦਾ ਨਾਮ ਵੀ ਯਹੋਸ਼ੂਆ। ਪ੍ਰਭੂ ਯਿਸੂ ਮਸੀਹ ਦਾ ਜਿਹੜਾ ਨਾਮ ਹੈ ਉਹ ਯਹੋਸ਼ੂਆ। ਸੋ ਯਹੋਸ਼ੂਆ ਨੂੰ ਪ੍ਰਭੂ ਨੇ ਚੁਣ ਲਿਆ ਔਰ ਯਹੋਸ਼ੂਆ ਜਿਹੜਾ ਉਹ ਤੰਬੂ ਦੀ ਸੇਵਾ ਕਰਦਾ ਔਰ ਇਹ ਜਿਹੜਾ ਤੰਬੂ ਆ ਇਹ ਟੈਂਪਰੇਰੀ ਤੰਬੂ ਆ। ਇਹ ਉਹ ਨਹੀਂ ਜਿਹੜਾ ਪ੍ਰਭੂ ਨੇ ਉਸ ਨੂੰ ਦੱਸਿਆ ਕਿ ਤੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਬਣਾਉਣੀਆਂ। ਸੋ ਇਹ ਤੰਬੂ ਦੂਰ ਕਰਕੇ ਲੋਕਾਂ ਤੋਂ ਲਾ ਦਿੱਤਾ ਜਾਂਦਾ ਸੀ ਔਰ ਜਿਸਲੇ ਤੰਬੂ ਦੇ ਉੱਤੇ ਪ੍ਰਭੂ ਦੀ ਹਜ਼ੂਰੀ ਆਉਂਦੀ ਸੀ, ਜਿਸਲੇ ਬੱਦਲ ਦਾ ਖੰਭਾ ਆਉਂਦਾ ਸੀ ਤੇ ਜਿਹੜੇ ਲੋਕ ਸੀਗੇ ਉਹ ਮੂੰਹ ਭਰਨੇ ਡਿੱਗ ਪੈਂਦੇ ਸੀ ਔਰ ਜਦੋਂ ਮੂਸਾ ਅੰਦਰ ਚਲਿਆ ਜਾਂਦਾ ਸੀ ਤਾਂ ਲੋਕ ਖੜੇ ਇੰਤਜ਼ਾਰ ਕਰਦੇ ਹੁੰਦੇ ਸੀ ਕਿ ਪ੍ਰਭੂ ਨੇ ਅੱਜ ਮੂਸਾ ਨੂੰ ਕੀ ਕਹਿਣਾ, ਅੱਜ ਕੀ ਸਾਡੇ ਲਈ ਆਉਣਾ, ਅੱਜ ਦਾ ਆਤਮਾ ਦਾ ਮੰਨਾ ਕਿਹੜਾ ਹੈ। ਸਰੀਰ ਦਾ ਤਾਂ ਮਿਲਦਾ ਪਿਆ, ਅੱਜ ਸਾਨੂੰ ਪ੍ਰਭੂ ਨੇ ਕੀ ਹੁਕਮ ਦੇਣਾ। ਸੋ ਇਸ ਤਰ੍ਹਾਂ ਪ੍ਰਭੂ ਨੇ ਆਪਣੇ ਬੰਦੇ ਮੂਸਾ ਨੂੰ ਵੀ ਉਹਨਾਂ ਦੇ ਸਾਹਮਣੇ ਇਹ ਵਧਾਇਆ ਕਿ ਇਹ ਉਹ ਮਨੁੱਖ ਆ ਜਿਸ ਨੇ ਤੁਹਾਡੀ ਜਾਨ ਬਚਾਈ ਔਰ ਨਾਲ ਉਸ ਪ੍ਰਭੂ ਨੇ ਇਹ ਵੀ ਦਿਖਾਤਾ ਕਿ ਮੈਂ ਅਗਲਾ ਜਿਹੜਾ ਇਸ ਤੋਂ ਅੱਗੇ ਜਿਸ ਨੇ ਆਉਣਾ ਉਸ ਨੂੰ ਵੀ ਮੈਂ ਚੁਣ ਲਿਆ, ਉਸ ਨੂੰ ਵੀ ਮੈਂ ਚੁਣ ਲਿਆ। ਸੋ ਦੋ ਬੰਦਿਆਂ ਨੂੰ ਤੰਬੂ ਦੇ ਅੰਦਰ ਜਾਣ ਦਾ ਹੱਕ ਸੀ, ਲੇਕਿਨ ਮੂਸਾ ਉਸ ਤੰਬੂ ਦੇ ਵਿੱਚ ਇਸ ਤਰ੍ਹਾਂ ਪ੍ਰਭੂ ਦੇ ਨਾਲ ਗੱਲ ਕਰਦਾ ਸੀ ਜਿਸ ਤਰ੍ਹਾਂ ਦੋ ਮਿੱਤਰ ਗੱਲਾਂ ਕਰਦੇ ਹਨ। ਸੋ ਉਹ ਕਿਹਦੇ ਨਾਲ ਗੱਲ ਕਰਦਾ ਸੀ? ਬਾਪ ਦੇ ਨਾਲ ਗੱਲ ਕਰਦਾ ਪਿਆ ਸੀ? ਨਹੀਂ, ਬੇਟੇ ਦੇ ਨਾਲ। ਪ੍ਰਭੂ ਦਾ ਦੇਖਿਆ ਜਾਣ ਵਾਲਾ ਉਸ ਦੇ ਨਾਲ, ਉਹ ਉਸ ਦੇ ਨਾਲ ਗੱਲ ਕਰਦਾ ਸੀ ਜਿਸ ਦੇ ਬਾਰੇ ਯਹੂਦੀਆਂ ਨੂੰ ਯਿਸੂ ਨੇ ਇਹ ਚੀਜ਼ ਕਹੀ ਸੀ ਕਿ ਤੁਹਾਡੇ ਬਾਪ ਅਬਰਾਹਮ ਤੋਂ ਪਹਿਲਾਂ ਮੈਂ ਹਾਂ। ਮਸੀਹ ਨਹੀਂ ਕਿਹਾ, ਮੈਂ ਹਾਂ। ਔਰ ਯਹੂਦੀ ਚੰਗੀ ਤਰ੍ਹਾਂ ਸਮਝਦੇ ਪਏ ਸੀ ਵੀ ਕੀ ਕਹਿੰਦਾ ਪਿਆ, ਕਿਉਂਕਿ ਉਹਨਾਂ ਨੂੰ ਪਤਾ ਕਿ ਪ੍ਰਭੂ ਨੇ ਜਿਸ ਲਈ ਮੂਸਾ ਨੂੰ ਆਪਣਾ ਨਾਮ ਦਿੱਤਾ ਉਸਨੇ ਕਿਹਾ ਮੈਂ ਹਾਂ ਜੋ ਮੈਂ ਹਾਂ, ਮੈਂ ਹਾਂ ਨੇ ਤੈਨੂੰ ਕੱਲਿਆ, ਬਸ ਉਹਨਾਂ ਨੂੰ ਇਹ ਚੀਜ਼ ਦੱਸ ਦੇ। ਸੋ ਜਿਸ ਲਈ ਉਸਨੇ ਕਿਹਾ ਕਿ ਤੁਹਾਡਾ ਬਜ਼ੁਰਗਾ ਨੇ ਮੇਰਾ ਦਿਨ ਦੇਖਿਆ ਅਤੇ ਖੁਸ਼ ਹੋਇਆ। ਸੋ ਮੂਸਾ ਦੇ ਨਾਲ ਕੌਣ ਗੱਲਾਂ ਕਰਦਾ ਪਿਆ? ਪ੍ਰਭੂ ਯਿਸੂ ਮਸੀਹ। ਔਰ ਇਹ ਜਿਹੜਾ ਹੈ ਇਸ ਨੂੰ ਅਸੀਂ ਕ੍ਰਿਸਟੋਫਨੀ ਕਹਿੰਦੇ ਆ। ਇਹ ਜਿਹੜੀ ਆਵਾਜ਼ ਆ ਰਹੀ ਹੈ ਇਹ ਮਸੀਹਾ ਦੇ ਤੌਰ ਦੇ ਉੱਤੇ ਪ੍ਰਭੂ ਇਸ ਵੇਲੇ ਉਹਨਾਂ ਦੇ ਨਾਲ ਆ। ਇਸ ਕਰਕੇ ਇਹਨਾਂ ਲੋਕਾਂ ਦੀ ਇੰਨੇ ਪਾਪ ਕਰਨ ਤੋਂ ਬਾਅਦ ਵੀ ਜਿਹੜੀ ਇਹਨਾਂ ਨੂੰ ਸਜ਼ਾ ਲੱਖਾਂ ਦੇ ਵਿੱਚ ਮਿਲਣੀ ਚਾਹੀਦੀ ਆ, ਉਹ ਜਿਹੜੇ ਟੌਪ ਦੇ ਜਿਹੜੇ ਪਾਪ ਕਰਵਾਉਣ ਵਾਲੇ ਤੇ ਉਕਸਾਉਣ ਵਾਲੇ ਹੁੰਦੇ ਸੀ ਉਹਨਾਂ ਨੂੰ ਸਜ਼ਾ ਮਿਲਦੀ ਸੀ ਔਰ ਜਿਹੜੇ ਵਿਚਾਰੇ ਪਿੱਛੇ ਲੱਗ ਜਾਂਦੇ ਸੀਗੇ ਉਹਨਾਂ ਦਾ ਬਚਾਅ ਹੋ ਜਾਂਦਾ ਸੀ। ਇਹ ਚੀਜ਼ ਅਸੀਂ ਦੇਖਦੇ ਪਏ ਤਾਂ ਮਸੀਹ ਦੇ ਕਰਕੇ ਹੀ ਉਹਨਾਂ ਦੀ ਜਾਨ ਬਚਦੀ ਪਈ ਸੀ, ਮਸੀਹ ਦੇ ਕਰਕੇ ਹੀ ਉਹ ਅੱਗੇ ਵੱਧਦੇ ਪਏ ਸੀ। ਇਹਨਾਂ ਚੀਜ਼ਾਂ ਨੂੰ ਅਸੀਂ ਦੇਖਦੇ ਪਏ ਹਾਂ। ਸੋ ਆਓ ਅਸੀਂ 12 ਆਇਤ ਤੋਂ ਲੈ ਕੇ ਅਸੀਂ 25 ਆਇਤ ਤੱਕ ਦੇਖਦੇ ਹਾਂ। ਪ੍ਰਭੂ ਦੀ ਆਪਣੇ ਲੋਕਾਂ ਸੰਗ ਰਹਿਣ ਦੀ ਪ੍ਰਤਿਗਿਆ। ਮੂਸਾ ਨੇ ਪ੍ਰਭੂ ਨੂੰ ਕਿਹਾ, ਤੂੰ ਮੈਨੂੰ ਇਹਨਾਂ ਦੀ ਅਗਵਾਈ ਦੇ ਲਈ ਚੁਣਿਆ ਹੈ ਅਤੇ ਕਿਹਾ ਹੈ ਕਿ ਮੈਂ ਇਹਨਾਂ ਨੂੰ ਉੱਥੇ ਲੈ ਜਾਵਾਂ, ਪਰ ਤੂੰ ਮੈਨੂੰ ਇਹ ਨਹੀਂ ਦੱਸਿਆ ਕਿ ਤੂੰ ਮੇਰੇ ਨਾਲ ਕਿਸ ਨੂੰ ਘੱਲੇਗਾ। ਤੂੰ ਮੈਨੂੰ ਕਿਹਾ, ਮੈਂ ਤੈਨੂੰ ਚੰਗੀ ਤਰ੍ਹਾਂ ਨਾਲ ਜਾਣਦਾ ਹਾਂ ਅਤੇ ਮੇਰੀ ਕਿਰਪਾ ਦ੍ਰਿਸ਼ਟੀ ਤੇਰੇ ਤੇ ਹੈ। ਜੇਕਰ ਇਹ ਸੱਚ ਹੈ ਤਾਂ ਤੂੰ ਮੇਰੇ ਤੇ ਆਪਣੀ ਯੋਜਨਾ ਪ੍ਰਗਟ ਕਰ ਕਿ ਮੈਂ ਤੈਨੂੰ ਜਾਣ ਕੇ ਤੇਰੀ ਕਿਰਪਾ ਦ੍ਰਿਸ਼ਟੀ ਪ੍ਰਾਪਤ ਕਰਾਂ। ਤੂੰ ਇਹ ਵੀ ਜਾਣਦਾ ਹਾਂ ਕਿ ਇਹ ਲੋਕ ਤੇਰੇ ਆਪਣੇ ਹਨ। ਪ੍ਰਭੂ ਨੇ ਮੂਸਾ ਨੂੰ ਕਿਹਾ, ਮੈਂ ਤੇਰੇ ਸੰਗ ਜਾਵਾਂਗਾ ਅਤੇ ਤੈਨੂੰ ਜੇਤੂ ਕਰਾਂਗਾ। ਮੂਸਾ ਨੇ ਅੱਗੇ ਕਿਹਾ, ਜੇਕਰ ਤੂੰ ਸਾਡੇ ਨਾਲ ਸੰਗ ਅਗਾਂਹ ਨਹੀਂ ਜਾਵੇਂਗਾ ਤਾਂ ਸਾਨੂੰ ਇਸ ਥਾਂ ਤੋਂ ਅੱਗੇ ਨਾ ਲੈ ਜਾ। ਤੇਰਾ ਸਾਡਾ ਸੰਗ ਜਾਣਾ ਹੀ ਇਹ ਗੱਲ ਦਾ ਸਬੂਤ ਹੋਵੇਗਾ ਕਿ ਤੇਰੀ ਸਾਡੇ ਤੇ ਕਿਰਪਾ ਦ੍ਰਿਸ਼ਟੀ ਹੈ। ਇਸੇ ਤੋਂ ਤੇਰੇ ਲੋਕੀ ਦੂਜੇ ਲੋਕਾਂ ਤੋਂ ਇਸ ਧਰਤੀ ਤੇ ਵੱਖ ਜਾਣੇ ਜਾਣਗੇ। ਪ੍ਰਭੂ ਨੇ ਮੂਸਾ ਨੂੰ ਕਿਹਾ, ਮੈਂ ਠੀਕ ਤੇਰੇ ਕਹੇ ਅਨੁਸਾਰ ਕਰਾਂਗਾ, ਕਿਉਂਕਿ ਮੈਂ ਤੈਨੂੰ ਜਾਣਦਾ ਹਾਂ ਅਤੇ ਤੇਰੇ ਤੇ ਮੇਰੀ ਕਿਰਪਾ ਦ੍ਰਿਸ਼ਟੀ ਵੀ ਹੈ।
मूसा ने प्रभु ਨੂੰ ਕਿਹਾ, ਕਿਰਪਾ ਮੈਨੂੰ ਆਪਣੀ ਮਹਿਮਾ ਦੇ ਦਰਸ਼ਨ ਕਰਵਾ। ਪ੍ਰਭੂ ਨੇ मूसा ਨੂੰ ਉੱਤਰ ਦਿੱਤਾ, ਮੈਂ ਆਪਣੀ ਪੂਰੀ ਮਹਿਮਾ ਦੇ ਨਾਲ ਤੇਰੇ ਅੱਗਿਓਂ ਦੀ ਲੰਘਾਂਗਾ ਅਤੇ ਆਪਣਾ ਪਵਿੱਤਰ ਨਾਮ ਪ੍ਰਗਟ ਕਰਾਂਗਾ। ਮੈਂ ਪ੍ਰਭੂ ਹਾਂ, ਮੈਂ ਕਿਰਪਾਲੂ ਹਾਂ ਅਤੇ ਆਪਣੇ ਚੁਣਿਆ ਹੋਇਆਂ ਉੱਤੇ ਦਇਆ ਕਰਦਾ ਹਾਂ। ਪਰ ਤੂੰ ਮੇਰੇ ਮੁਖ ਦੇ ਦਰਸ਼ਨ ਨਹੀਂ ਕਰ ਸਕਦਾ, ਕਿਉਂਕਿ ਕੋਈ ਮਨੁੱਖ ਇਹ ਕਰਨ ਦੇ ਪਿੱਛੋਂ ਜਿਉਂਦਾ ਨਹੀਂ ਰਹਿ ਸਕਦਾ। ਹੁਣ ਦੇਖ, ਇੱਥੇ ਮੇਰੇ ਨੇੜੇ ਇੱਕ ਚਟਾਨ ਹੈ ਜਿਸ ਤੇ ਤੂੰ ਖੜਾ ਹੋ ਸਕਦਾ ਹੈ। ਜਦੋਂ ਮੈਂ ਤੇਰੇ ਸਾਹਮਣਿਓਂ ਦੀ ਲੰਘਾਂਗਾ ਤਾਂ ਮੈਂ ਤੈਨੂੰ ਇਸ ਚਟਾਨ ਦੀ ਇੱਕ ਖੰਦਰ ਵਿੱਚ ਖੜਾ ਕਰ ਦੇਵਾਂਗਾ, ਜਦੋਂ ਤੱਕ ਕਿ ਮੈਂ ਉੱਥੋਂ ਦੀ ਲੰਘ ਨਾ ਜਾਵਾਂ। ਫਿਰ ਆਪਣੇ ਅੱਗੇ ਲੰਘ ਜਾਣ ਤੇ ਮੈਂ ਤੇਰੀਆਂ ਅੱਖਾਂ ਅੱਗਿਓਂ ਆਪਣਾ ਹੱਥ ਹਟਾ ਲਵਾਂਗਾ ਅਤੇ ਤੂੰ ਮੇਰਾ ਪਿੱਛਾ ਦੇਖ ਸਕੇਂਗਾ, ਪਰ ਮੂੰਹ ਨਹੀਂ। ਆਮੀਨ। ਸੋ ਹੁਣ ਅਸੀਂ ਮੇਨ ਗੁੱਦੇ ਤੇ ਆ ਗਏ। ਹੁਣ ਜਿਹੜੀ ਮੇਨ ਚੀਜ਼ ਆ, ਹੁਣ ਅਸੀਂ ਉੱਥੇ ਆਏ। ਸੋ ਜਿਸ ਵੇਲੇ मूसा ਪ੍ਰਭੂ ਦੇ ਨਾਲ ਗੱਲ ਕਰਦਾ ਪਿਆ, ਉਹ ਕਹਿੰਦਾ ਕਿ ਮੈਨੂੰ ਆਪਣੀ ਯੋਜਨਾ ਦੱਸ। ਇਹ ਜਿਹੜਾ ਲੋਕਾਂ ਦਾ ਅੰਬਾਰ 6 ਲੱਖ, ਉਹਨਾਂ ਦੇ ਵਿੱਚ ਗੱਭਰੂ ਅਡਲਟ ਮੇਲ, ਯਾਨੀ ਕਿ ਤੁਸੀਂ ਇਹ ਕਹਿ ਲਓ ਕਿ 18 ਸਾਲ ਦੀ ਉਮਰ ਤੋਂ ਲੈ ਕੇ ਅਪ ਜਿਹੜੇ ਹੈਗੇ ਆ ਉਹ 6 ਲੱਖ, ਔਰ 18 ਸਾਲ ਦੀ ਉਮਰ ਤੋਂ ਜਿਹੜਾ ਘੱਟ ਸੀਗਾ ਉਹ ਬੱਚਿਆਂ ਦੀ ਗਿਣਤੀ ਦੇ ਵਿੱਚ ਆਉਂਦਾ ਸੀ। ਔਰ ਉਹ ਕਹਿੰਦਾ ਕਿ ਮੈਨੂੰ ਇਹ ਤਾਂ ਦੱਸ, ਇਹ ਸਾਨੂੰ ਲੈ ਕੇ ਤਾਂ ਜਾ ਰਹੇ ਆ, ਮੈਨੂੰ ਤੇਰੀ ਯੋਜਨਾ ਸਾਡੇ ਨਾਲ ਕੌਣ ਜਾਊ? ਔਰ ਅਗਰ ਤੂੰ ਸਾਡੇ ਨਾਲ ਨਹੀਂ ਜਾਏਗਾ ਤਾਂ ਫਿਰ ਨਹੀਂ ਅਸੀਂ ਅੱਗੇ ਜਾਣਾ। ਅਸੀਂ ਐਂਜਲਾਂ ਦੇ ਨਾਲ ਅੱਗੇ ਨਹੀਂ ਜਾਣਾ, ਅਸੀਂ ਤੇਰੇ ਨਾਲ ਅੱਗੇ ਜਾਣਾ। ਜੇ ਤੇਰੀ ਕਿਰਪਾ ਦ੍ਰਿਸ਼ਟੀ ਮੇਰੇ ਉੱਤੇ ਔਰ ਤੂੰ ਕਿਹਾ ਕਿ ਮੈਂ ਤੈਨੂੰ ਜਾਣਦਾ। ਔਰ ਪ੍ਰਭੂ ਨੇ ਫਿਰ ਉਸ ਨੂੰ ਜਵਾਬ ਦਿੱਤਾ ਕਿ ਮੇਰੀ ਕਿਰਪਾ ਦ੍ਰਿਸ਼ਟੀ ਤੇਰੇ ਔਰ ਮੈਂ ਤੇਰੇ ਨਾਲ ਜਾਵਾਂਗਾ। ਹੁਣ ਉਸਨੇ ਕਿਹਾ ਕਿ ਤੂੰ ਮੈਨੂੰ ਆਪਣੀ ਮਹਿਮਾ ਦਿਖਾ। ਹੁਣ ਇੱਥੇ ਜੇ ਅਸੀਂ ਦੇਖੀਏ ਇੱਕ ਕੰਟਰਡਿਕਸ਼ਨ ਆ ਜਾਂਦੀ ਹੈ। ਜਿਹੜੇ ਵਚਨ ਦੇ ਵਿੱਚੋਂ ਕੀ ਉਹਨੂੰ ਕਹਿੰਦੇ ਹੁੰਦੇ, ਬਾਲ ਦੀ ਖੱਲ ਲਾਉਂਦੇ ਆ ਨਾ, ਉਹਨਾਂ ਨੂੰ ਇੱਥੇ ਕੁਛ ਮਿਲ ਜਾਂਦਾ। ਉਹ ਕਹਿੰਦੇ ਇੱਕ ਤਾਂ ਇੱਥੇ ਲਿਖਿਆ ਹੈਗਾ ਕਿ ਪ੍ਰਭੂ ਉਹਦੇ ਨਾਲ ਮੂੰਹ ਤੋਂ ਮੂੰਹ ਗੱਲਾਂ ਕਰਦਾ ਪਿਆ, ਜਿੱਦਾਂ ਮਿੱਤਰ ਨਾਲ ਗੱਲ ਕਰਦਾ ਪਿਆ, ਤੇ ਦੂਜਾ ਕਹਿ ਰਿਹਾ ਕਿ ਤੂੰ ਮੇਰਾ ਮੂੰਹ ਨਹੀਂ ਦੇਖ ਸਕੇਂਗਾ, ਤੂੰ ਸਿਰਫ ਮੇਰੀ ਪਿੱਠ ਦੇਖੇਂਗਾ। ਇਹ ਕੀ ਮੁਸੀਬਤ ਹੋਈ? ਔਰ ਇੱਕੋ ਚੈਪਟਰ ਦੇ ਵਿੱਚ ਦੋ ਮੁਸੀਬਤਾਂ ਆ ਕੇ ਖੜੀਆਂ ਹੋ ਗਈਆਂ। ਇੱਕ ਤਾਂ ਪ੍ਰਭੂ ਉਸ ਨੂੰ ਕਹਿ ਰਿਹਾ ਕਿ ਤੂੰ ਮੇਰਾ ਚੁਣਿਆ ਹੋਇਆ ਪਾਤਰ, ਮੇਰੀ ਕਿਰਪਾ ਦ੍ਰਿਸ਼ਟੀ ਤੇਰੇ ਉੱਤੇ ਹੈ, ਮੈਂ ਤੇਰੇ ਨਾਲ, ਔਰ ਉਹਦੇ ਨਾਲ ਮੂੰਹ ਤੋਂ ਮੂੰਹ ਗੱਲਾਂ ਕਰਦਾ ਪਿਆ ਜਿੱਦਾਂ ਦੋ ਮਿੱਤਰ ਕਰਦੇ ਹੁੰਦੇ। ਔਰ ਦੂਸਰਾ ਉਹ ਕਹਿ ਰਿਹਾ ਕਿ ਤੂੰ ਮੇਰੇ ਮੂੰਹ ਦੇ ਦਰਸ਼ਨ ਨਹੀਂ ਕਰ ਸਕਦਾ। So what's going on? ਸ਼ਬਦ ਹੈ ਮਹਿਮਾ, ਗਲੋਰੀ। ਤੂੰ ਮੈਨੂੰ ਆਪਣੀ ਮਹਿਮਾ ਦੇ ਦਰਸ਼ਨ ਕਰ, ਯਾਨੀ ਕਿ ਆਪਣੀ ਫੁੱਲਨੈਸ ਜੋ ਤੂੰ ਅਸਲ ਦੇ ਵਿੱਚ ਹੈ। ਔਰ ਇੱਥੋਂ ਸਾਨੂੰ ਫਿਰ ਪਤਾ ਲੱਗਦਾ ਕਿ ਇਹ ਜਿਹੜਾ ਹਿੱਸਾ ਆ, ਇੱਥੇ ਉਸਨੇ ਮੂੰਹ ਤੋਂ ਮੂੰਹ ਜਿਹੜੀਆਂ ਗੱਲਾਂ ਕੀਤੀਆਂ ਉਹ ਮਸੀਹ ਦੇ ਨਾਲ ਕੀਤੀਆਂ, ਕਿਉਂਕਿ ਮਸੀਹ ਦੇ ਲਈ ਸਾਨੂੰ ਇਹ ਮਿਲਦਾ ਕਿ ਉਹ ਆਪਣੇ ਆਪ ਨੂੰ ਖਾਲੀ ਕਰਕੇ ਉਸਨੇ ਇੱਕ ਦਾਸ ਦਾ ਰੂਪ ਧਾਰ ਲਿਆ ਆਪਣੀ ਮਹਿਮਾ ਤੋਂ। ਇਹਦਾ ਮਤਲਬ ਇਹ ਨਹੀਂ ਕਿ ਮਸੀਹ ਦੇ ਵਿੱਚ ਕੋਈ ਗਲੋਰੀ ਹੈ ਨਹੀਂ, ਕੋਈ ਮਹਿਮਾ ਹੈ ਨਹੀਂ, ਲੇਕਿਨ ਉਹ ਰੂਪ ਜਿਹੜਾ ਆ, ਉਹ ਰੂਪ ਜਿਸ ਦੇ ਦਰਸ਼ਨ ਉਹ ਹਰ ਉਸ ਇਨਸਾਨ ਨੇ ਕਰਨੇ ਆ ਜਿਨ੍ਹਾਂ ਨੇ ਉਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਿਆ। ਲੇਕਿਨ ਉਹਨਾਂ ਅੱਖਾਂ ਦੇ ਨਾਲ ਜੋ ਅੱਖਾਂ ਉਸਨੇ ਦੇਖੀਆਂ, ਇਹਨਾਂ ਅੱਖਾਂ ਦੇ ਨਾਲ ਨਹੀਂ। ਪ੍ਰਭੂ ਇਹਨਾਂ ਅੱਖਾਂ ਦੇ ਲਈ, ਤਾਂ ਕਿ ਇਹ ਅੱਖਾਂ ਜਿਹੜੀਆਂ ਸੀ ਉਸ ਨੂੰ ਦੇਖ ਸਕਣ, ਉਸ ਨੂੰ ਮਹਿਸੂਸ ਕਰ ਸਕਣ, ਉਹਨਾਂ ਦੇ ਵਿੱਚ ਰਿਹਾ ਖਾਲੀ ਕਰਕੇ ਆਪਣੇ ਆਪ। ਲੇਕਿਨ ਉਸਦੇ ਵਿੱਚ ਵੀ ਦੇਖੋ ਕੀ ਕੁਛ ਸੀ। ਈਵਨ ਦੋ ਕਿ ਉਸਨੇ ਆਪਣੇ ਆਪ ਨੂੰ ਖਾਲੀ ਕੀਤਾ ਸੀ ਤੇ ਮੁਰਦੇ ਨੂੰ ਆਵਾਜ਼ ਦਿੰਦਾ ਸੀ ਤਾਂ ਉੱਠ ਕੇ ਬਾਹਰ ਆ ਜਾਂਦਾ ਸੀ, ਤੇ ਭਰਪੂਰੀ ਚ ਕੀ ਹੋਏਗਾ?
पूरी भरपूरी च की होगा। सो प्रभु इत्थे ये कह रहा कि मैं हुण पहला मूसा चढ़ के चट्टानां ते जांदा सी, वो कहंदा सी हुण तैनूं फड़ के मैं तैनूं उत्थे रख दूं, खड़ा कर दूं। सो मूसा ने प्रभु दे हथ दी छो महसूस की जो वो है, और उसने कहा फिर मैं तेरे मोहरे दी लंघूंगा और मैं अपने नाम दे बारे तेनूं दसूंगा। अपने नाम दे बारे जेड़ा मैं तेनूं क्या सी जदों तू पुछदा सी कि मैं उन्हां नूं जाके की दसां तेरा नाम की आ, ते मैं क्या सी मैं हां जो मैं हां, जाके उन्हां नूं दस दे कि मैं हां ने। पर हुण मैं तेनूं अपने नाम दे बारे खोल के समझाऊं कि मैं कौन, मैं असल च है कौन। मैं जिउंदा परमेश्वर जो इन्हां लोकां दे विच, इन्हां लोकां दे नाल और इन्हां लोकां दे लई इस धरती ते आया। वचन कहता है कि जिसले उसने उन्हां दी पुकार सुनी तब प्रभु धरती ते आया, और धरती ते उतर आया। मैं कौन, हुण तुसीं जानदे, हुण तू जानेगा कि मैं कौन। सो प्रभु ने उसकी ये भी बेनती स्वीकार की, जिसले 33वां भाव आ बेनतियां दा, 33वां भाव प्रभु दियां बेनतियां दा, जिहड़ियां उसने बेनतियां मूसा ने प्रभु ने बेनतियां कीतियां और प्रभु ने उस सारियां बेनतियां उसदियां सुनियां, सारियां बेनतियां उसदियां सुनियां। सो हुण उसने प्रभु ने उसनूं एक पहला प्रभु ने आप 2 पत्थर दियां स्लेटां उसनूं बना के दित्तियां सी जो मूसा ने तोड़ दित्तियां सी। पर हुण मूसा ने आप उदां दियां 2 स्लेटां बना के लैके जाना, आप बना के लैके जानी, और फिर हुण मूसा ने माउंट साइनाई दे उत्ते जाना। हुण उसने फिर प्रभु दी हजूरी दे विच जाना, और जेडे लोकां तो उच्ची जगह ते आ, वो जेड़ी हजूरी लोकां दे विच आके उतरदी आ, वो प्रभु यसु मसीह दी हजूरी। पर जेड़ी हजूरी उत्ते पहाड़ ते आ, वो महिमा दे नाल संपूर्णता दे नाल जो प्रभु है, जो प्रभु आप है, जो बाप दे विच उसदा रूप, उसकी संपूर्ण हजूरी उतरदी है। ठीक, सो आओ हुण असीं चौथीवें भाव दे विच असीं आ गए हां, और इसदा एक तो लैके असीं देखांगे अबाउट 9 आयत, 1 ਤੋਂ 9 आयत। ਅੱਜ ਮੈਂ ਪੜ੍ਹ ਦਿੰਦੀ ਹਾਂ। ਪ੍ਰਭੂ ਨੇ ਮੂਸਾ ਨੂੰ ਕਿਹਾ, ਤੂੰ ਹੁਣ ਫੇਰ ਪਹਿਲੇ ਵਰਗੀਆਂ ਪੱਥਰ ਦੀਆਂ 2 ਪੱਟੀਆਂ ਕੱਟ ਕੇ ਤਿਆਰ ਕਰ ਜੋ ਤੂੰ ਤੋੜ ਦਿੱਤੀਆਂ ਹਨ। ਮੈਂ ਉਹਨਾਂ ਉੱਤੇ ਪਹਿਲੇ ਵਾਲੀਆਂ ਗੱਲਾਂ ਫੇਰ ਲਿਖਾਂਗਾ। ਤੂੰ ਕੱਲ ਅੰਮ੍ਰਿਤ ਵੇਲੇ ਤਿਆਰ ਹੋ ਕੇ ਮੇਰੇ ਕੋਲ ਸੀਨੇ ਪਹਾੜ ਦੀ ਚੋਟੀ ਤੇ ਫੇਰ ਆ ਜਾ। ਧਿਆਨ ਰੱਖਣਾ ਕਿ ਤੇਰੇ ਨਾਲ ਕੋਈ ਦੂਜਾ ਮਨੁੱਖ ਪਹਾੜ ਤੇ ਨਾ ਆਵੇ ਅਤੇ ਨਾ ਹੀ ਕੋਈ ਇਸ ਦੇ ਲਾਗੇ ਦਿਖਾਈ ਦੇਵੇ, ਇੱਥੋਂ ਤੱਕ ਕਿ ਕੋਈ ਪਸ਼ੂ ਪਹਾੜ ਦੇ ਹੇਠਾਂ ਚੁਗੇ ਤੱਕ ਨਾ। ਸੋ ਮੂਸਾ ਨੇ ਪਹਿਲੇ ਵਰਗੀਆਂ ਹੀ ਪੱਥਰ ਦੀਆਂ 2 ਪੱਟੀਆਂ ਕੱਟ ਕੇ ਬਣਾਈਆਂ ਅਤੇ ਪ੍ਰਭੂ ਦੀ ਆਗਿਆ ਅਨੁਸਾਰ ਉਹਨਾਂ ਨੂੰ ਲੈ ਕੇ ਪਹਾੜ ਤੇ ਚੜ੍ਹ ਗਿਆ। ਤਦ ਪ੍ਰਭੂ ਬੱਦਲ ਦੇ ਵਿੱਚ ਆ ਕੇ ਮੂਸਾ ਕੋਲ ਖਲੋ ਗਿਆ ਅਤੇ ਉਸਨੇ ਆਪਣੇ ਨਾਂ ਪ੍ਰਭੂ ਕਰਕੇ ਲਿਆ। ਫੇਰ ਪ੍ਰਭੂ ਉਸ ਦੇ ਅੱਗਿਓਂ ਦੀ ਇਹ ਕਹਿੰਦਾ ਹੋਇਆ ਲੰਘਿਆ, ਮੈਂ ਪ੍ਰਭੂ ਹਾਂ ਜੋ ਦਿਆਲੂ, ਕਿਰਪਾਲੂ, ਗੁੱਸਾ ਕਰਨ ਵਿੱਚ ਮੱਠਾ ਅਤੇ ਧੀਰਜ ਰੱਖਣ ਵਾਲਾ, ਪਿਆਰ ਅਤੇ ਸੱਚਾਈ ਨਾਲ ਅਤ ਭਰਪੂਰ ਪ੍ਰਭੂ ਪਰਮੇਸ਼ਵਰ, ਜੋ ਹਜ਼ਾਰਾਂ ਤੇ ਦਇਆ ਕਰਦਾ ਅਤੇ ਉਹਨਾਂ ਦੇ ਅਪਰਾਧਾਂ ਤੇ ਪਾਪ ਮਾਫ ਕਰਨ ਵਾਲਾ, ਪਰ ਮਾਪਿਆਂ ਤੇ ਪਰਦਾਦਿਆਂ ਦੇ ਪਾਪਾਂ ਦਾ ਬੱਚਿਆਂ ਕੋਲੋਂ ਬਦਲਾ ਲੈਣ ਵਾਲਾ ਹਾਂ। ਸੋ ਮੂਸਾ ਨੇ ਤੁਰੰਤ ਧਰਤੀ ਤੇ ਮੂੰਹ ਭਾਰ ਹੋ ਕੇ ਪ੍ਰਭੂ ਨੂੰ ਮੱਥਾ ਟੇਕਿਆ ਅਤੇ ਕਿਹਾ, ਪ੍ਰਭੂ ਜੇਕਰ ਸੱਚਮੁੱਚ ਮੇਰੇ ਤੇ ਤੇਰੀ ਕਿਰਪਾ ਦ੍ਰਿਸ਼ਟੀ ਹੈ ਤਾਂ ਤੂੰ ਸਾਡੇ ਸੰਗ ਚੱਲ। ਇਹ ਮੇਰੀ ਤੇਰੇ ਅੱਗੇ ਬੇਨਤੀ ਹੈ, ਬੇਸ਼ੱਕ ਅਸੀਂ ਹਠੀ ਲੋਕ ਹਾਂ, ਪਰ ਤੂੰ ਸਾਡੇ ਅਪਰਾਧ ਮਾਫ ਕਰ
ਅਤੇ ਸਾਨੂੰ ਆਪਣਾ ਵਿਰਸਾ ਬਣਾ ਲੈ। ਆਮੀਨ। ਮੂਸਾ ਨੇ ਪੱਥਰ ਤੋੜ ਦਿੱਤੇ ਪਰ ਪ੍ਰਭੂ ਨੇ ਉਹਨੂੰ ਸੋ ਪੁੱਛਿਆ ਹੁਣ ਅਸੀਂ ਉਸ ਮੇਨ ਚੀਜ਼ ਦੇ ਉੱਤੇ ਆਏ ਕਿ ਜਿਹੜੀ ਉਹਨਾਂ ਆਇਤਾਂ ਦੇ ਉੱਤੇ, ਉਸ ਆਇਤ ਦੇ ਉੱਤੇ ਆਏ ਆ ਜੋ ਨਵੇਂ ਨੇਮ ਦਾ ਬੇਸਿਕਲੀ ਤੁਸੀਂ ਕਹਿ ਸਕਦੇ ਆ ਕਿ ਜੜ, ਨਵੇਂ ਨੇਮ ਦੀ ਜਿਹੜੀ ਰੂਟ ਆ ਉਹ ਇਹ ਹਿੱਸਾ ਹੈ। ਨਵਾਂ ਨੇਮ ਦੇ ਵਿੱਚ ਅਸੀਂ ਪ੍ਰਭੂ ਦਾ ਇਹ ਸਾਰਾ ਰੂਪ ਦੇਖਦੇ ਹਾਂ, ਥਰੂ ਆਊਟ ਬਾਈਬਲ ਦੇਖਦੇ ਹਾਂ। ਐਸੀ ਗੱਲ ਨਹੀਂ ਹੈਗੀ ਕੋਈ ਪੁਰਾਣੇ ਨਿਯਮ ਦਾ ਜਿਹੜਾ ਪਰਮੇਸ਼ਰ ਕਸਾਈ ਨਹੀਂਗਾ ਕੋਈ, ਉਹ ਤਾਂ ਜਿਨ੍ਹਾਂ ਨੇ ਰਿਸਪੌਂਸਿਬਿਲਿਟੀ ਹੁੰਦੀ ਹੈ। ਬਾਕੀ ਕੌਮਾਂ ਦੇ ਕੋਲੋਂ ਵਿਚਾਰਿਆਂ ਦੇ ਕੋਲ ਇੱਕ ਦੀਵਾ ਆ, ਉਹ ਦੀਵਾ ਲੈ ਕੇ, ਮਾੜਾ ਮੋਟਾ ਦੀਵਾ ਲੈ ਕੇ ਤਾਂ ਉਹ ਲੱਭਦੇ ਫਿਰਦੇ ਆ ਔਰ ਰਸਤੇ ਤੇ ਚੱਲਦੇ ਪਏ ਆ, ਉਹ ਭਟਕ ਜਾਂਦੇ। ਪਰ ਜੇ ਇੱਕ ਕੌਮ ਦੇ ਕੋਲ ਸੂਰਜ ਬਣਾਉਣ ਵਾਲੇ ਦੀ ਰੋਸ਼ਨੀ ਹੋਵੇ ਤਾਂ ਜੇ ਉਹ ਭਟਕ ਜਾਣ ਤੇ ਫਿਰ ਉਹਨਾਂ ਦੀ ਸਜ਼ਾ ਵੀ ਹੁੰਦੀ। ਇਹਨਾਂ ਲੋਕਾਂ ਨੂੰ ਸਜ਼ਾ ਤਾਂ ਮਿਲਦੀ ਪਈ ਆ ਕਿਉਂਕਿ ਇਹਨਾਂ ਨੂੰ ਬਹੁਤ ਸਾਰਾ ਦਿੱਤਾ ਗਿਆ। ਇਹ ਜਿਹੜਾ ਅਸੀਂ ਦੇਖਦੇ ਹਾਂ ਕਿ 3000 ਮਰ ਗਏ ਕਿ ਪ੍ਰਭੂ ਨੇ ਮਰੀ ਕੱਲੀ, ਇਹਨਾਂ ਦੀ ਕਲੈਂਜ਼ਿੰਗ ਜ਼ਰੂਰੀ ਆ ਕਿਉਂਕਿ ਇਹਨਾਂ ਨੂੰ ਬਹੁਤ ਦਿੱਤਾ ਗਿਆ। ਹਰ ਸਵੇਰ ਇਹਨਾਂ ਦੇ ਲਈ ਮਿਰਾਕਲ ਹੁੰਦੀ ਹੈ। ਉਹ ਜਿਹੜਾ ਪਹਾੜ ਤੇ ਪਾਣੀ ਜਿਹੜਾ ਰਾਤ ਨੂੰ ਸੌਂ ਜਾਂਦੇ ਅਤੇ ਜਿਹੜਾ ਛਣ ਕਰਦਾ ਪਾਣੀ ਪੱਥਰ ਦੇ ਵਿੱਚੋਂ ਨਿਕਲਦਾ, ਉਹ ਦਇਆ ਇਹਨਾਂ ਨੂੰ ਰੋਜ਼ ਮਿਲਦੀ ਪਈ। ਸਵੇਰ ਨੂੰ ਆ ਕੇ ਜਿਹੜੇ ਬਟੇਰੇ ਉਹਨਾਂ ਦੇ ਲਈ ਆਪ ਆਉਂਦੇ ਆ, ਉਹਨਾਂ ਨੂੰ ਹੰਟ ਕਰਨ ਨਹੀਂ ਜਾਣਾ ਪੈਂਦਾ, ਉਹ ਰੋਜ਼ ਦੀ ਦਇਆ ਉਹਨਾਂ ਦੇ ਲਈ ਹਰ ਰੋਜ਼ ਉੱਥੇ ਹੁੰਦੀ ਹੈ। ਸੋ ਇਸ ਕਰਕੇ ਉਹ ਰਿਸਪੌਂਸਿਬਲ ਵੀ ਜਾਂਦੇ, ਉਹਨਾਂ ਕੋਲ ਰਿਸਪੌਂਸਿਬਿਲਿਟੀ ਜਿਹੜੀ ਆ ਉਹਨਾਂ ਨੂੰ ਉਹਦੇ ਹਿਸਾਬ ਦੇ ਨਾਲ ਪ੍ਰਭੂ ਸਜ਼ਾ ਦੇ ਰਿਹਾ। ਇਸ ਕੌਮ ਦੇ ਨਾਲ ਬਾਕੀ ਸਾਰੀਆਂ ਕੌਮਾਂ ਨੂੰ ਪ੍ਰਭੂ ਨੇ ਬਰਕਤ ਦੇਣੀ ਆ। ਪ੍ਰਭੂ ਨੂੰ ਆਪਣਾ ਦਿੱਤਾ ਹੋਇਆ ਵਾਅਦਾ ਜਿਹੜਾ ਉਸਨੇ ਆਦਮ ਨੂੰ ਦਿੱਤਾ ਸੀ ਉਹ ਚੇਤੇ ਆ। ਇਸ ਕਰਕੇ ਇਹਨਾਂ ਦਾ ਉਨੀ ਹੀ ਸਖਤੀ ਦੇ ਨਾਲ ਇਹਨਾਂ ਦੀ ਤਿਆਰੀ ਹੋ ਰਹੀ ਹੈ। ਇਸ ਕਰਕੇ ਹੁਣ ਮੂਸਾ ਨੇ ਜਿਹੜਾ ਪ੍ਰਭੂ ਦੇ ਅੱਗੇ ਉਸਨੇ ਮੰਗਿਆ ਕਿ ਪ੍ਰਭੂ ਸੱਚਮੁੱਚ ਅਗਰ ਤੇਰੀ ਮੇਰੇ ਤੇ ਕਿਰਪਾ ਦ੍ਰਿਸ਼ਟੀ ਹੈ। ਸੋ ਸਭ ਤੋਂ ਪਹਿਲਾਂ ਉਸਨੇ ਕਿਹਾ ਕਿ ਜੇ ਤੇਰੇ ਲੋਕਾਂ ਤੇ ਔਰ ਮੇਰੇ ਤੇ ਜਿਸ ਤਰ੍ਹਾਂ ਤੂੰ ਕਹਿ ਰਿਹਾ ਕਿਰਪਾ ਦ੍ਰਿਸ਼ਟੀ ਹੈ, ਤੇਰੇ ਲੋਕ ਆ, ਜੇ ਤੂੰ ਸਾਡੇ ਨਾਲ ਨਹੀਂ ਜਾਏਗਾ ਤਾਂ ਅਸੀਂ ਅੱਗੇ ਨਹੀਂ ਜਾਣਾ, ਸਾਨੂੰ ਇੱਥੇ ਰਹਿਣ, ਅਸੀਂ ਇੱਥੇ ਠੀਕ ਹਾਂ। ਪਰ ਜੇ ਤੇਰੀ ਕਿਰਪਾ ਦ੍ਰਿਸ਼ਟੀ ਹੈ ਤਾਂ ਸਾਡੇ ਨਾਲ ਜਾ, ਤੇਰੇ ਬਗੈਰ ਅਸੀਂ ਨਹੀਂ ਜਾਣਾ। ਸੋ ਉਸਨੇ ਕਿਹਾ ਕਿ ਮੈਂ ਤੇਰੇ ਨਾਲ ਚੱਲਾਂ। ਹੁਣ ਉਸਨੇ ਉਸ ਤੋਂ ਅਗਲਾ ਸਟੈਪ ਲਿਆ। ਠੀਕ, ਅਗਲੇ ਸਟੈਪ ਦੇ ਵਿੱਚ ਜਿਹੜੀ ਉਸਨੇ ਚੀਜ਼ ਮੰਗੀ ਉਹ ਸੰਭਵ, ਔਰ ਉਸਨੇ ਕਿਹਾ ਕਿਉਂਕਿ ਮੈਂ ਇਹਨਾਂ ਅੱਖਾਂ ਦੇ ਨਾਲ ਪ੍ਰਭੂ ਨੂੰ ਦੇਖ ਕੇ ਜਿਉਂਦਾ ਨਹੀਂ ਰਹਿ ਸਕਦਾ, ਤਾਂ ਉਸਨੇ ਇਹ ਕਿਹਾ ਕਿ ਜੇ ਤੇਰੀ ਮੇਰੇ ਤੇ ਕਿਰਪਾ ਦ੍ਰਿਸ਼ਟੀ ਹੈ ਤੇ ਫਿਰ ਮੈਨੂੰ ਆਪਣੀ ਮਹਿਮਾ ਦੇ ਦਰਸ਼ਨ ਕਰਾ, ਮੈਨੂੰ ਆਪਣੀ ਮਹਿਮਾ ਦੇ ਦਰਸ਼ਨ ਕਰਾ। ਸੋ ਪ੍ਰਭੂ ਨੇ ਉਸ ਨੂੰ ਕਿਹਾ ਕਿ ਠੀਕ, ਮੈਂ ਆਪਣੀ ਪੂਰੀ ਮਹਿਮਾ ਦੇ ਨਾਲ ਤੇਰੇ ਮਗਰ ਦੀ ਗੁਜ਼ਰਾਂਗਾ। ਹੁਣ ਜਿਹੜਾ ਮੂਸਾ ਦੇ ਦਿਮਾਗ ਦੇ ਵਿੱਚ ਜਿਹੜੀ ਇੱਕ ਚੀਜ਼ ਆ ਨਾ ਉਹ ਇਹ ਵੀ ਆ ਕਿਉਂਕਿ ਹਰ ਸਾਲ ਬਸੰਤ ਦੀ ਰੁੱਤ ਤੋਂ ਪਹਿਲਾਂ ਇਜਿਪਸ਼ੀਅਨ ਦੇ ਇੱਕ ਤਿਉਹਾਰ ਮਨਾਇਆ ਜਾਂਦਾ ਸੀ ਔਰ ਉਹ ਤਿਉਹਾਰ ਨੀਲ ਦਰਿਆ ਦੇ ਪਾਣੀ ਚੜ੍ਹਨ ਤੋਂ ਪਹਿਲਾਂ ਮਨਾਇਆ ਜਾਂਦਾ ਸੀ। ਔਰ ਕਿਉਂਕਿ ਜਿਹੜਾ ਉਹਨਾਂ ਦਾ ਫੈਰੋ ਹੁੰਦਾ ਸੀ ਉਹ ਇੱਕ ਦੇਵਤੇ ਦੀ ਜਗ੍ਹਾ ਤੇ ਮੰਨਿਆ ਜਾਂਦਾ ਸੀ, ਉਹ ਆਪਣੇ ਆਪ ਨੂੰ ਧਰਤੀ ਤੇ ਪਰਮੇਸ਼ਵਰ ਕਹਿੰਦਾ ਸੀ। ਸੋ ਉਹਦੀ ਸਵਾਰੀ ਕੱਢੀ ਜਾਂਦੀ ਸੀ ਔਰ ਉਸਦੇ ਪਿੱਛੇ ਫੌਜਾਂ, ਉਸਦੇ ਪਿੱਛੇ ਜਿਹੜਾ ਉਹਦਾ ਧਨ, ਜਿਹੜਾ ਸਾਰੀਆਂ ਚੀਜ਼ਾਂ ਜਿਹੜੀਆਂ ਵੀ ਪੂਰੇ ਦਾ ਪੂਰਾ ਪ੍ਰੋਸੈਸ਼ਨ ਉੱਥੋਂ ਦੀ ਲੰਘਦਾ ਸੀ। ਔਰ
ਉਹ ਇੱਕ ਆਪਣੇ ਆਪ ਦੇ ਵਿੱਚ ਇੱਕ ਦੇਖਣ ਵਾਲੀ ਚੀਜ਼ ਹੁੰਦੀ ਸੀ। ਸੋ मूसा जो सोच रहा वो ये है कि जिसले प्रभु ने लंघना ਉਹਦੇ ਨਾਲ ਬਹੁਤ ਸਾਰੇ ਫਰਿਸ਼ਤੇ ਅੱਗੇ ਪਿੱਛੇ ਸਾਰਾ ਸਵਰਗ ਦਾ ਜਿਹੜਾ ਹੈਗਾ ਉਹਦੇ ਨਾਲ ਗੁਜ਼ਰੇਗਾ। ਇਹ ਉਸਦੀ ਮਹਿਮਾ ਹੋਏਗੀ, ਜਿਸ ਤਰ੍ਹਾਂ ਕਿ ਫੈਰੋ ਦੀ ਮਹਿਮਾ ਇਸ ਦੇ ਵਿੱਚ ਹੁੰਦੀ ਸੀਗੀ ਕਿ ਉਸਨੇ ਕਿੰਨੇ ਰਾਜਿਆਂ ਨੂੰ ਬੰਦੀ ਬਣਾਇਆ ਹੈ, ਉਹਨਾਂ ਨੂੰ ਨਾਲ ਲੈ ਕੇ ਉਹਨਾਂ ਦੇ ਹੱਥਾਂ 'ਚ ਸੰਗਲ ਪਾ ਕੇ ਜੇਲ੍ਹਾਂ 'ਚ ਕੱਢ ਕੇ ਉਹ ਨਾਲ ਲੈ ਕੇ ਤੁਰਦੇ ਹੁੰਦੇ ਸੀ। ਆਹ ਰਾਜਾ ਜਿਹੜਾ ਨਾਲ ਦੱਸਿਆ ਜਾਂਦਾ ਸੀ ਕਿੱਥੇ ਦਾ ਰਾਜਾ ਹੈ, ਆਹ ਕਿੱਥੇ ਦਾ ਰਾਜਾ ਜਿਸ ਨੂੰ ਫੈਰੋ ਨੇ ਜਿੱਤਿਆ, ਆਹ ਕਿੱਥੇ ਦਾ, ਆਹ ਕਿੱਥੇ ਦਾ। ਸੋ ਉਹ ਸਾਰੀਆਂ ਚੀਜ਼ਾਂ ਹੋਣਗੀਆਂ। ਲੇਕਿਨ ਪ੍ਰਭੂ ਦੀ ਮਹਿਮਾ ਦੇ ਵਿੱਚ ਉਹ ਪ੍ਰਭੂ ਦੀ ਜਿਹੜੀਆਂ ਚੀਜ਼ਾਂ ਦੇਖਣ ਜਾ ਰਿਹਾ ਉਹਦੇ ਆਪਣੇ ਉਹ ਉਸਨੇ ਕਦੀ ਸੋਚਿਆ ਤੱਕ ਨਹੀਂ ਸੀ। ਸੋ मूसा ਨੂੰ ਸਜ਼ਾ ਮਿਲੀ ਕਿ ਹੁਣ ਤੂੰ 2 ਪੱਟੀਆਂ ਉਦਾਂ ਦੀਆਂ ਹੀ ਕੱਟਣੀਆਂ ਜਿਹੜੀਆਂ ਮੈਂ ਤੈਨੂੰ ਦਿੱਤੀਆਂ ਸੀ, ਉਹ ਤੂੰ ਆਪਣੇ ਨਾਲ ਪਹਾੜ ਦੇ ਉੱਤੇ ਲੈ ਕੇ ਆਓ। ਔਰ ਉਹ ਹੀ ਵਾਰਨਿੰਗਸ ਭੇਜ ਦਿੱਤੀਆਂ ਗਈਆਂ। ਹੁਣ ਦੇਖੋ ਜਿਸਲੇ ਧਰਤੀ ਦਾ ਉਹ ਤੰਬੂ ਦੇ ਵਿੱਚ ਜਿਹੜਾ ਟੈਂਪਰੇਰੀ ਤੰਬੂ ਆ ਹਾਲੇ, ਜਿਸਲੇ ਉਸ ਤੰਬੂ ਦੇ ਵਿੱਚ ਪ੍ਰਭੂ ਦੀ ਮਹਿਮਾ ਉਤਰਦੀ ਆ, ਉੱਥੇ ਇਹ ਨਹੀਂ ਕਿਹਾ ਜਾਂਦਾ ਕਿ ਇਹਦੇ ਲਾਗੇ ਛਾਗੇ ਕੋਈ ਜਾਨਵਰ ਨਾ ਹੋਵੇ ਕਿ ਨਹੀਂ, ਕਿਉਂਕਿ ਉਹ ਜਿਹੜਾ ਪ੍ਰਭੂ ਦੀ ਹਜ਼ੂਰੀ ਆਉਂਦੀ ਆ ਉਹ ਉਸ ਮਹਿਮਾ ਦੇ ਵਿੱਚ ਨਹੀਂ ਆਉਂਦੀ, ਸੰਪੂਰਨਤਾ ਦੇ ਵਿੱਚ ਨਹੀਂ ਆਉਂਦੀ। ਉਹ ਪ੍ਰਭੂ ਯਿਸੂ ਮਸੀਹ ਉਸ ਨੂੰ ਉੱਥੇ ਮਿਲਣ ਔਰ ਉਸਨੂੰ ਦੱਸਦੇ ਪਏ ਕਿ ਇਸ ਕੌਮ ਨੂੰ ਕਿੱਦਾਂ ਲੈ ਕੇ ਜਾਣਾ। ਸਾਰੇ ਜਿਹੜੇ ਮਸਲੇ ਉਹ ਪ੍ਰਭੂ ਦੇ ਮੂਹਰੇ ਰੱਖਦਾ, ਪ੍ਰਭੂ ਉਹਨਾਂ ਦੇ ਹੱਲ ਉਸ ਨੂੰ ਦਿੰਦਾ। ਪਰ ਜਿਹੜੀ ਹਜ਼ੂਰੀ ਹੁਣ ਜਿਹੜੀ ਉਸਨੇ ਦੇਖਣੀ ਆ, ਇਹ ਪੂਰੀ ਦੀ ਪੂਰੀ ਸੰਪੂਰਨਤਾ ਹੈ। ਉਸਨੇ ਪ੍ਰਭੂ ਨੂੰ ਉਹਦੀ ਸੰਪੂਰਨਤਾ ਦੇ ਵਿੱਚ ਦੇਖਣਾ। ਸੋ ਪ੍ਰਭੂ ਨੇ ਇਸ ਕਰਕੇ ਉਸਨੂੰ ਕਿਹਾ ਕਿ ਕੋਈ ਜਾਨਵਰ ਵੀ ਥੱਲੇ ਨਾ ਚੁਗਦਾ ਹੋਵੇ। ਅਸੀਂ ਪਿੱਛੇ ਵੀ ਪੜ੍ਹਿਆ ਸੀ ਜਿਸਲੇ ਬਜ਼ੁਰਗ ਗਏ ਸੀਗੇ ਮਿਲਣ, ਬਜ਼ੁਰਗਾਂ ਦੇ ਲਈ ਵੀ ਇਹ ਕਿਹਾ ਗਿਆ ਸੀ ਕਿ ਥੱਲੇ ਕੋਈ ਜਾਨਵਰ ਨਾ ਹੋਵੇ। ਔਰ ਥੱਲੇ ਹੱਦਾਂ ਵੱਧ ਦਿੱਤੀਆਂ ਗਈਆਂ ਸੀ, ਜਿਹੜੇ ਪੱਥਰ ਹਾਲੇ ਵੀ ਪਏ ਉੱਥੇ। ਔਰ ਉਹਨਾਂ ਪੱਥਰਾਂ ਤੋਂ ਅੱਗੇ ਜਿਹੜੀ ਸੀਗੀ ਇਜ਼ਰਾਈਲ ਦੀ ਕੌਮ ਨਹੀਂ ਜਾਂਦੀ ਸੀ। ਉਹ ਪ੍ਰਭੂ ਦਾ ਜਿਹੜਾ ਪਹਾੜ ਸੀ, ਉਹ ਪ੍ਰਭੂ ਦਾ ਪਹਾੜ ਪਵਿੱਤਰ ਗਿਣਿਆ ਜਾਂਦਾ ਸੀ। ਸੋ ਉਹਨਾਂ ਪੱਥਰਾਂ ਤੋਂ ਅੱਗੇ ਕਿਸੇ ਨੇ ਨਹੀਂ ਜਾਣਾ ਸੀ। ਉਹ ਕਹਿੰਦਾ ਉਹੀ ਹਦਾਇਤਾਂ ਉਹਨਾਂ ਨੂੰ ਦੇ ਤੇ ਫਿਰ ਤੂੰ ਮੇਰੇ ਕੋਲ। ਸੋ ਪ੍ਰਭੂ ਦੇ ਵਾਅਦੇ ਦੇ ਅਨੁਸਾਰ ਜਿਸ ਵੇਲੇ ਉਸਨੇ मूसा ਨੇ ਪਹਿਲੇ ਵਰਗੀਆਂ 2 ਪੱਟੀਆਂ ਕੱਟ ਕੇ ਤਿਆਰ ਕਰ ਜੋ ਤੂੰ ਤੋੜ ਦਿੱਤੀਆਂ ਸਨ, ਉਹਨਾਂ ਤੇ ਪਹਿਲੇ ਵਾਲੀਆਂ ਮੈਂ ਫਿਰ ਲਿਖਾਂ। ਸੋ ਇੱਕੋ ਹੀ ਕੌਮ ਅਸੀਂ ਪ੍ਰਭੂ ਦੇ ਲੋਕ। ਔਰ ਭੈਣੋ ਭਰਾਵੋ, ਤੁਸੀਂ ਜਿਨ੍ਹਾਂ ਦੇ ਕੋਲ ਪ੍ਰਭੂ ਦੇ ਹੱਥ ਦੀ ਲਿਖੀ ਲਿਖਤ ਪਈ, ਪ੍ਰਭੂ ਦੀ ਹੈਂਡ ਰਾਈਟਿੰਗ ਪਈ, ਪ੍ਰਭੂ ਨੇ ਉਹ 2 ਪੱਟੀਆਂ ਦੇ ਉੱਤੇ ਆਪਣੇ ਹੱਥ ਦੇ ਨਾਲ, ਆਪਣੀ ਉਂਗਲ ਦੇ ਨਾਲ ਲਿਖਿਆ। ਔਰ ਇਹ ਬਲੈਸਿੰਗ, ਇਹ ਜਿਹੜੀ ਬਰਕਤ ਆ, ਇਹ ਸਿਰਫ ਪ੍ਰਭੂ ਦੀ ਲੋਕਾਂ ਕੋਲ। ਔਰ ਠੀਕ ਸਮੇਂ ਆਉਣ ਤੇ ਜਿਸ ਵੇਲੇ ਜਿਹੜੇ ਪਾਣੀ ਵਿੱਚ ਅੱਗ ਲਾਉਂਦੇ ਆ ਜਿਹੜੇ, ਔਰ ਜਿਸ ਵੇਲੇ ਉਹ ਬਹੁਤਾ ਹੀ ਫਿਰ ਲੱਗ ਪੈਂਦੇ ਆ ਪ੍ਰਭੂ ਦੇ ਖਿਲਾਫ ਬੋਲਣ ਤੇ, ਪ੍ਰਭੂ ਕੋਈ ਨਾ ਕੋਈ ਚੀਜ਼ ਕੱਢ ਕੇ ਬਾਹਰ ਲੈ ਕੇ ਆਉਂਦਾ। ਇਸ ਧਰਤੀ ਦੇ ਵਿੱਚ ਹੀ ਪ੍ਰਭੂ ਨੇ ਕਿਤੇ ਕੋਈ ਹੋਊਗਾ, ਔਰ ਜੇ ਸਵਰਗ ਦੇ ਵਿੱਚ ਵੀ ਉਹ ਪਈ ਆ ਤੇ ਪ੍ਰਭੂ ਉਸ ਨੂੰ ਵਾਪਸ ਲੈ ਆਏਗਾ। ਇੱਕ ਕੌਮ ਜਿਸ ਦੇ ਕੋਲ ਪ੍ਰਭੂ ਦੀ ਹੈਂਡ ਰਾਈਟਿੰਗ ਪਈ। ਔਰ ਇਹ ਵਚਨ ਦੇ ਵਿੱਚ 3 ਵਾਰੀ ਹੋਇਆ। ਇੱਕ ਵਾਰੀ ਡੈਨੀਅਲ ਦੇ ਵਿੱਚ, ਕੂਚ ਦੇ ਵਿੱਚ, ਡੈਨੀਅਲ ਦੇ ਵਿੱਚ, ਇੱਕ ਵਾਰੀ ਪ੍ਰਭੂ ਯਿਸੂ ਮਸੀਹ ਨੇ ਆਪ ਧਰਤੀ ਤੇ ਦੇਖਿਆ। ਸਦੂਕੀ, ਫਰੀਸੀ, ਧਰਮ ਗ੍ਰੰਥੀ ਇੱਕ ਔਰਤ ਨੂੰ ਘਸੀਟ ਕੇ ਲੈ ਕੇ ਆਏ ਸੀ ਵਿਚਾਰੀ। ਇਹ ਪਾਪ ਕਰਦੀ ਫੜੀ ਗਈ।
ਔਰ ਪ੍ਰਭੂ ਯਿਸੂ ਮਸੀਹ ਨੇ ਉਸ ਔਰਤ ਦਾ ਸਾਥ ਪਤਾ ਕਿਉਂ ਦਿੱਤਾ? ਕਿਉਂਕਿ ਉਹ ਬੰਦੇ ਨੂੰ ਲੈ ਕੇ ਨਹੀਂ ਆਏ। ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ ਕਿ ਅਗਰ ਕੋਈ ਇਸ ਤਰ੍ਹਾਂ ਦਾ ਪਾਪ ਕਰਦਾ ਫੜਿਆ ਜਾਏ ਤਾਂ ਉਸ ਬੰਦੇ ਨੂੰ ਔਰ ਔਰਤ ਨੂੰ ਦੋਨਾਂ ਨੂੰ ਪੱਥਰ ਮਾਰ ਕੇ ਮਾਰ ਦਿੱਤਾ ਜਾਏ। ਔਰ ਉੱਥੋਂ ਇਹ ਪਤਾ ਲੱਗਦਾ ਕਿ ਉਹ ਕਿਸੇ ਫਰੀਸੀ ਸਦੂਕੀ ਦਾ ਕੋਈ ਪੁੱਤਰ ਧੀ ਆ, ਜਾਂ ਕੋਈ ਫਰੀਸੀ ਸਦੂਕੀ ਆਪ ਹੈ। ਉਹਨੂੰ ਨਹੀਂ ਲੈ ਕੇ ਆਏ, ਔਰਤ ਨੂੰ ਘਸੀਟ ਕੇ ਬਾਲਾਂ ਤੋਂ ਫੜ ਕੇ ਲਿਆ। ਸੋ ਪ੍ਰਭੂ ਯਿਸੂ ਮਸੀਹ ਨੇ ਧਰਤੀ ਤੇ ਕੁਛ ਲਿਖਿਆ ਔਰ ਬੋਲਦੇ ਗਏ, ਔਰ ਪ੍ਰਭੂ ਨੇ ਉੱਥੇ ਧਰਤੀ ਤੇ ਕੁਛ ਲਿਖ ਦਿੱਤਾ ਔਰ ਉਸਨੇ ਕਿਹਾ ਕਿ ਜਿਸਨੇ ਗੁਨਾਹ ਨਹੀਂ ਕੀਤਾ ਪਹਿਲਾ ਪੱਥਰ ਉਹ ਮਾਰੇ। ਔਰ ਇੱਕ ਇੱਕ ਕਰਕੇ ਸਾਰੇ ਵੱਡੇ ਤੋਂ ਲੈ ਕੇ ਛੋਟੇ ਤੱਕ ਉੱਥੇ ਦੱਸਿਆ ਗਿਆ। ਵੱਡੇ ਤੋਂ ਲੈ ਕੇ ਛੋਟੇ ਤੱਕ, ਵੱਡਾ ਉਮਰ ਦਾ ਨਹੀਂ, ਅਹੁਦੇ ਦਾ। ਉਹ ਜਿਹੜਾ ਸ਼ਬਦ ਅਹੁਦੇ ਲਈ ਵਰਤਿਆ ਜਾਂਦਾ, ਉਮਰ ਲਈ ਨਹੀਂ ਵਰਤਿਆ ਜਾਂਦਾ। ਵੱਡੇ ਤੋਂ ਲੈ ਕੇ ਛੋਟੇ ਤੱਕ ਹਰ ਕੋਈ ਉੱਥੋਂ ਚਲਾ ਗਿਆ। ਕਿਉਂ ਚਲਾ ਗਿਆ? ਜਿਸ ਵੇਲੇ ਪ੍ਰਭੂ ਯਿਸੂ ਮਸੀਹ ਨੇ ਕੁਛ ਧਰਤੀ ਦੇ ਉੱਤੇ ਲਿਖਿਆ ਸੀ ਤਾਂ ਉਸਨੇ ਇਹ ਕਿਹਾ ਸੀ, ਲਿਖਣ ਤੋਂ ਬਾਅਦ ਜਿਸਨੇ ਪਾਪ ਨਹੀਂ ਕੀਤਾ ਉਹ ਪਹਿਲਾ ਪੱਥਰ ਮਾਰੇ। ਔਰ ਜਿਹੜਾ ਵੀ ਉਸਨੂੰ ਪੜ੍ਹਦਾ ਸੀ ਉਸਨੂੰ ਆਪਣਾ ਪਾਪ ਦਿਖਾਈ ਦਿੰਦਾ ਸੀ। ਸੋ 3 ਵਾਰ ਅਸੀਂ ਪ੍ਰਭੂ ਦੀ ਲਿਖਤ ਬਾਰੇ ਪੜ੍ਹਦੇ ਜੋ ਉਸਨੇ ਲਿਖੀ। ਔਰ ਫਿਰ ਇੱਕ ਲਿਖਤ ਇਹ ਆ ਕਿ ਉਹ ਉਹਨਾਂ ਦੇ ਮੱਥਿਆਂ ਦੇ ਉੱਤੇ ਆਪਣਾ ਨਾਮ ਲਿਖਿਆ। ਔਰ ਇਹ ਸਭ ਤੋਂ ਵੱਡੀ ਬਰਕਤ ਜਿਹੜੀ ਸਾਨੂੰ ਮਿਲੇਗੀ। ਸੋ ਉਸਨੇ ਕਿਹਾ ਕਿ ਤੂੰ ਆਪਣੇ ਨਾਲ 2 ਪੱਟੀਆਂ ਲੈ ਕੇ ਆਈ, ਧਿਆਨ ਰੱਖੀ ਕਿ ਉੱਥੇ ਕੋਈ ਨਾ ਹੋਵੇ। ਸੋ ਪ੍ਰਭੂ ਦੀ ਆਗਿਆ ਦੇ ਅਨੁਸਾਰ ਮੂਸਾ ਉੱਥੇ ਚਲਾ ਗਿਆ ਔਰ ਪ੍ਰਭੂ ਨੇ ਉਸਨੂੰ ਆਪਣੇ ਕਹੇ ਦੇ ਅਨੁਸਾਰ ਇੱਕ ਖੰਗੜ ਦੇ ਵਿੱਚ ਖੜਾ ਕਰ ਦਿੱਤਾ ਔਰ ਉਸਦੇ ਅੱਗਿਓਂ ਦੀ ਇਹ ਕਹਿੰਦਾ ਗੁਜ਼ਰਿਆ, ਮੈਂ ਪ੍ਰਭੂ ਹਾਂ, ਮੈਂ ਪ੍ਰਭੂ। ਸਾਡੀ ਬਾਈਬਲ ਦੇ ਵਿੱਚ ਇੱਕ ਵਾਰੀ ਲਿਖਿਆ, ਕਿਉਂਕਿ ਪ੍ਰਭੂ ਨੇ ਜਿਹੜਾ ਹਿਬਰੂ ਬਾਈਬਲ ਦੇ ਵਿੱਚ ਹੈ ਯਾਹਵੇ ਯਾਹਵੇ, ਮੈਂ ਹਾਂ ਜੋ ਮੈਂ ਹਾਂ, ਮੈਂ ਹਾਂ ਜੋ ਮੈਂ ਹਾਂ। ਸੋ ਜਿਸ ਵੇਲੇ ਉਰਦੂ ਦੇ ਵਿੱਚ ਪੜ੍ਹਦੇ ਹੋ ਤਾਂ ਇਸका ਖੁਦਾ, ਮੈਂ ਜੋ ਖੁਦ ਹਾਂ ਉਹ ਹੋਈ। ਇਸ ਕਰਕੇ ਉਸਨੂੰ ਖੁਦਾ ਕਿਹਾ ਜਾਂਦਾ। ਰਾਈਟ? ਜਿਹੜਾ ਸ਼ਬਦ ਖੁਦਾ ਆ ਉਹ ਮਸੀਹੀ ਵਰਤਦੇ ਆ, ਕਿਉਂਕਿ ਸਾਡੇ ਮੁਸਲਮਾਨ ਭੈਣ ਭਰਾ ਅਸਲ ਦੇ ਵਿੱਚ ਖੁਦਾ ਨਹੀਂ ਵਰਤਦੇ, ਉਹ ਅੱਲਾ ਵਰਤਦੇ। And that's a different thing, completely different thing, completely different nature, completely different, everything is different. It's not same. ਲੇਕਿਨ ਜਿਹੜੀ ਖੁਦਾ ਦੀ ਨੇਚਰ, ਜਿਹੜਾ ਖੁਦ ਹੈ, ਉਸਦੀ ਜਿਹੜੀ ਨੇਚਰ ਆ ਉਹ ਸਾਨੂੰ ਇੱਥੇ ਦੱਸੀ ਗਈ। ਔਰ ਇਸ ਸਾਰੀ ਨੇਚਰ ਨੂੰ ਅਸੀਂ ਕੱਲ ਨੂੰ ਖੋਲ ਕੇ ਦੇਖਾਂਗੇ, ਕੱਲੀ ਚੀਜ਼ ਦੇਖਾਂਗੇ ਕਿ ਜਿਸ ਲਈ ਉਸਨੇ ਕਿਹਾ ਕਿ ਮੈਂ ਹਾਂ ਜੋ ਮੈਂ ਹਾਂ। ਦਿਆਲੂ, ਕਿਸ ਤਰ੍ਹਾਂ ਪ੍ਰਭੂ ਦਿਆਲੂ ਹੋਣ ਦਾ ਮਤਲਬ ਕੀ ਹੈ? ਦਿਆਲਤਾ ਦਾ ਮਤਲਬ ਹੈ ਕੀ? ਕਿਰਪਾਲੂ। ਅੱਛਾ, ਦਇਆ ਤੇ ਕਿਰਪਾ 'ਚ ਫਰਕ ਕੀ ਹੈ? ਗੁੱਸਾ ਕਰਨ ਵਿੱਚ ਮੱਠਾ, ਧੀਰਜ ਰੱਖਣ ਵਾਲਾ, ਪਿਆਰ ਅਤੇ ਸੱਚਾਈ ਦੇ ਨਾਲ ਅਤ ਭਰਪੂਰ ਪ੍ਰਭੂ ਪਰਮੇਸ਼ਰ, ਜੋ ਹਜ਼ਾਰਾਂ ਤੇ ਦਇਆ ਕਰਦਾ ਅਤੇ ਉਹਨਾਂ ਦੇ ਅਪਰਾਧ ਮਾਫ ਕਰਨ ਵਾਲਾ, ਪਰ ਮਾਪਿਆਂ ਤੇ ਪਰਦਾਦਿਆਂ ਦੇ ਪਾਪਾਂ ਦਾ
ਬੱਚਿਆਂ ਦੇ ਕੋਲ ਬਦਲਾ ਲੈਣ ਵਾਲਾ। ਸੋ ਅਸੀਂ ਇਹ ਸਾਰੀ ਚੀਜ਼ ਦੇਖਾਂਗੇ ਕਿ ਇਹਦਾ ਕੀ ਮਤਲਬ ਆ ਔਰ ਉਹ ਕਿਹੜਾ ਪਾਪ ਆ ਜਿਹੜਾ ਪ੍ਰਭੂ ਜਨਰੇਸ਼ਨਾਂ ਤੱਕ ਜਿਸ ਦੀ ਸਜ਼ਾ ਦਿੰਦਾ। There's a certain sin, ਲੇਕਿਨ ਬਾਕੀ ਜਿਹੜੀਆਂ ਸਭ ਚੀਜ਼ਾਂ ਆ ਉਹ ਉਸ ਦੀ ਦਇਆ ਦੇ ਵਿੱਚ ਲੁਕ ਜਾਂਦੀਆਂ, ਉਸ ਦੀ ਕਿਰਪਾ ਦੇ ਵਿੱਚ ਲੁਕ ਜਾਂਦੀਆਂ, ਉਸ ਦੀ ਮਾਫੀ ਦੇ ਵਿੱਚ ਲੁਕ ਜਾਂਦੀਆਂ। ਪਰ ਇੱਕ ਪਾਪ ਐਸਾ ਹੈ ਜਿਹੜਾ ਨਹੀਂ, ਉਹ ਨਹੀਂ ਲੁਕਦਾ। ਔਰ ਅਸੀਂ ਉਸ ਨੂੰ ਦੇਖਾਂਗੇ ਕਿ ਉਹ ਕਿਹੜਾ ਪਾਪ ਜਿਸ ਦੇ ਲਈ ਪ੍ਰਭੂ ਨੇ ਇਹ ਚੀਜ਼ ਲਿਖੀ। ਔਰ ਉਹ ਪਾਪ ਕਨਾਨ ਦੇ ਲੋਕ ਕਰਦੇ ਪਏ ਆ, ਇਸ ਕਰਕੇ ਉਹਨਾਂ ਦਾ ਪਿਆਲਾ ਹੁਣ ਭਰ ਚੁੱਕਾ ਆ, ਇਸ ਕਰਕੇ ਪ੍ਰਭੂ ਉੱਥੇ ਹੁਣ ਲੈ ਕੇ ਜਾ ਰਹੇ। ਕਿਹੜਾ ਪਾਪ ਆ ਉਹਨਾਂ ਦਾ ਜਿਹਦੀ ਸਜ਼ਾ ਉਹਨਾਂ ਨੂੰ ਮਿਲ ਜਾਵੇ। ਸੋ ਇਹ ਚੀਜ਼ਾਂ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਾਂਗੇ। ਪ੍ਰਭੂ ਜੀ ਤੇਰਾ ਬਹੁਤ ਸ਼ੁਕਰ ਕਰਦੇ ਹਾਂ ਅੱਜ ਦੇ ਇਸ ਦਿਨ ਦੇ ਲਈ। ਪਿਆਰੇ ਪ੍ਰਭੂ, ਕਿੰਨਾ ਮਹਾਨ ਪਰਮੇਸ਼ਵਰ ਆ ਤੂੰ, ਧਰਤੀ ਔਰ ਅਸਮਾਨ ਨੂੰ ਬਣਾਉਣ ਵਾਲਾ, ਸਰਵ ਸ਼ਕਤੀਮਾਨ ਨੇ ਆਪਣੇ ਲਈ ਇੱਕ ਕੌਮ ਚੁਣੀ ਜੋ ਪ੍ਰਭੂ ਜੀ ਸੰਤਾਨਹੀਨ, ਬਾਂਝ ਔਰ ਪ੍ਰਭੂ ਜੀ ਕਿਸੇ ਬਰਕਤ ਦੇ ਯੋਗ ਨਹੀਂ ਸੀ। ਇਸ ਕਰਕੇ ਤੇਰਾ ਵਚਨ ਕਹਿੰਦਾ ਹੈ ਪੀੜੇ ਯਾਕੂਬ, ਤੂੰ ਕੋਈ ਬਹੁਤ ਵੱਡਾ ਨਹੀਂ ਸੀ ਜਦ ਮੈਂ ਤੈਨੂੰ ਚੁਣਿਆ। ਪਿਆਰੇ ਪ੍ਰਭੂ, ਪਰ ਉਸ ਕੌਮ ਦੇ ਰਾਹੀਂ ਤੂੰ ਧਰਤੀ ਹਿਲਾ ਕੇ ਰੱਖ ਦਿੱਤੀ, ਕਿਉਂਕਿ ਜਿਉਂਦਾ ਪਰਮੇਸ਼ਵਰ ਉਹਨਾਂ ਦੇ ਨਾਲ ਸੀ। ਪਰ ਅਸੀਂ ਤੇਰਾ ਸ਼ੁਕਰ ਕਰਦੇ ਹਾਂ ਕਿ ਅੱਜ ਜਿਉਂਦਾ ਪਰਮੇਸ਼ਵਰ ਸਾਡੇ ਨਾਲ, ਜਿਉਂਦੇ ਪਰਮੇਸ਼ਵਰ ਦੀਆਂ ਬਰਕਤਾਂ ਸਾਡੇ ਨਾਲ। ਉਹ ਜੋ ਪਰਦੇ ਦੇ ਵਿੱਚ ਮਿਲਦਾ ਸੀ, ਅੱਜ ਉਹ ਇਸ ਪਰਦੇ ਦੇ ਅੰਦਰ ਰਹਿੰਦਾ। ਪ੍ਰਭੂ ਜੀ, ਇਸ ਦੇ ਲਈ ਅਸੀਂ ਤੇਰਾ ਸ਼ੁਕਰ ਕਰਦੇ। ਅਸੀਂ ਆਪਣੇ ਆਪ ਨੂੰ ਤੇਰੇ ਨਾਮ ਦੇ ਵਿੱਚ ਛੁਪਾਉਂਦੇ ਹਾਂ, ਯਿਸੂ ਨਾਮ ਦੇ ਵਿੱਚ, ਜਿਸ ਦੇ ਵਿੱਚ ਪ੍ਰਭੂ ਜੀ ਸਾਰੀਆਂ ਤੇਰੀ ਦਿਆਲਤਾ ਆ, ਤੇਰੀ ਕਿਰਪਾ ਆ, ਤੇਰੀ ਸ਼ਾਂਤੀ ਆ, ਤੇਰੀ ਸੱਚਾਈ ਆ, ਤੇਰੀ ਮੁਆਫੀ ਆ, ਜਿਸ ਦੇ ਵਿੱਚ ਸਾਡੀਆਂ ਸੰਤਾਨਾਂ ਦੀਆਂ ਸੰਤਾਨਾਂ ਦੇ ਲਈ ਬਰਕਤ। ਪਿਆਰੇ ਪ੍ਰਭੂ, ਸਾਡੇ ਸਮੇਂ ਦੇ ਵਿੱਚ ਤੂੰ ਬਰਕਤ ਪਾਈ, ਵਚਨ ਦੇ ਵਿੱਚ ਜਿਹੜੀ ਚੀਜ਼ ਪ੍ਰਭੂ ਜੀ ਤੇਰੇ ਵੱਲੋਂ ਤੇਰੇ ਬੱਚਿਆਂ ਨੂੰ ਯਾਦ ਰਹੇ, ਪਰ ਜਿਹੜੀ ਚੀਜ਼ ਪ੍ਰਭੂ ਜੀ ਮੇਰੇ ਵੱਲੋਂ ਇਹਨਾਂ ਨੂੰ ਯਾਦ ਤੱਕ ਨਾ ਰਹੇ। ਆਪਣੇ ਬੱਚਿਆਂ ਨੂੰ ਫਲਦਾਰ ਕਰ ਔਰ ਇਹਨਾਂ ਨੂੰ ਹੋਰ ਵਧਾ। ਸਾਡਿਆਂ ਬੱਚਿਆਂ ਦੇ ਉੱਤੇ ਤੇਰੀ ਕਿਰਪਾ ਬਣੀ ਰਹੇ, ਉਹਨਾਂ ਨੂੰ ਆਪਣੇ ਰਸਤੇ ਜਦ ਤੱਕ ਅਸੀਂ ਦੁਆਰਾ ਮਿਲੀਏ ਪ੍ਰਭੂ ਜੀ, ਅਸੀਂ ਆਪਣੇ ਆਪ ਨੂੰ ਤੇਰੀ ਸਾਂਭ ਸੰਭਾਲ ਔਰ ਤੇਰੇ ਪਿਆਰ ਚ ਮਸੀਹ ਯਿਸੂ ਦੇ ਮਿੱਠੇ ਬਲੈਸ ਯੂ। ਤੁਹਾਨੂੰ ਬਰਕਤ ਦੇ। ਕੱਲ ਨੂੰ ਮਿਲਾਂਗੇ ਸੇਮ ਟਾਈਮ, ਔਰ ਕੱਲ ਨੂੰ ਅਸੀਂ ਪ੍ਰਭੂ ਦੇ ਨਾਮ